ਮੁੱਖ ਮੰਤਰੀ ਭਗਵੰਤ ਮਾਨ ਦਾ ਮਿਸ਼ਨ ਟੋਲ ਫ੍ਰੀ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਮੁੜ ਆਮ ਜਨਤਾ ਨੂੰ ਰਾਹਤ ਦਿੱਤੀ ਗਈ ਹੈ। ਮੁੱਖ ਮੰਤਰੀ ਖੁਦ ਮੋਗਾ ਪਹੁੰਚੇ, ਜਿੱਥੇ ਸਿੰਘਾਂ ਵਾਲਾ ਟੋਲ ਫ੍ਰੀ ਕਰਵਾਇਆ ਗਿਆ ਤੇ ਦਾਅਵਾ ਕੀਤਾ ਹੈ ਕਿ ਟੋਲ ਬੰਦ ਹੋਣ ਦੇ ਨਾਲ ਲੋਕਾਂ ਦਾ ਰੋਜ਼ਾਨਾ 4.5 ਲੱਖ ਰੁਪਏ ਬਚੇਗਾ ਤੇ ਨਾਲ ਹੀ ਟੋਲ ਕੰਪਨੀਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਇੱਕ ਦਿਨ ਵੀ ਵਾਧੂ ਐਕਸਟੈਂਸ਼ਨ ਨਹੀਂ ਮਿਲੇਗੀ। ਮਿਆਦ ਖਤਮ ਹੁੰਦਿਆਂ ਹੀ ਟੋਲ ਪਲਾਜ਼ਾ ਬੰਦ ਹੋਣਗੇ। 559 ਦਿਨ ਮੰਗੇ ਸੀ ਆਪਾਂ, ਉਹ ਇੱਕ ਬਾਅਦ ਕਹਿੰਦੇ 436। 2019 ਚ ਇਹ ਟੋਲ ਪਲਾਜ਼ਾ ਦਾ ਐਗਰੀਮੈਂਟ ਬ੍ਰੀਚ ਕੀਤਾ, ਇਹਨਾਂ ਦਾ ਟਰਮੀਨੇਟ ਹੋ ਸਕਦਾ ਸੀ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਪ੍ਰਗਟ ਸਿੰਘ ਜੀ ਉਹਦੇ ਚ ਐਮਐਲਏ ਸੀ। ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪ੍ਰਗਟ ਸਿੰਘ ਜੀ ਨੂੰ ਕਿ ਅਲੀ ਬਾਬਾ ਨੂੰ ਪੁੱਛੋ। ਉੱਥੇ ਮੁੱਖ ਮੰਤਰੀ ਨੇ ਕੇਂਦਰ ਦੇ ਅੱਗੇ ਨੈਸ਼ਨਲ ਹਾਈਵੇ ਤੇ ਟੋਲ ਦਾ ਮੁੱਦਾ ਚੁੱਕਣ ਦੀ ਵੀ ਗੱਲ ਕਹੀ ਹੈ। ਸੀਐਮ ਨੇ ਕਿਹਾ ਕਿ ਕਈ ਟੋਲ 60 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਆਉਂਦੇ ਨੇ ਤੇ ਨੈਸ਼ਨਲ ਹਾਈਵੇ ਤੇ ਟੋਲ ਬੰਦ ਕਰਵਾਉਣ ਦੇ ਲਈ ਕੇਂਦਰ ਨੂੰ ਲਿਖਿਆ ਜਾਵੇਗਾ। ਇੱਕ ਤਾਂ ਨੈਸ਼ਨਲ ਹਾਈਵੇ ਤੇ ਕੁਝ ਇਸ ਤਰ੍ਹਾਂ ਦੇ ਜਿਹੜੇ ਟੋਲ ਪਲਾਜ਼ੇ ਨੇ ਨਹੀਂ ਹੋ ਸਕਦੇ। 60 ਕਿਲੋਮੀਟਰ ਦੀ ਜਿਹੜੀ ਦੂਰੀ ਹੈ, ਇਹ 60 ਕਿਲੋਮੀਟਰ ਦੇ ਵਿੱਚ ਨਹੀਂ ਹੋਣਾ, ਉਹ 60 ਕਿਲੋਮੀਟਰ ਦੇ ਅੰਦਰ ਨੇ। ਅਸੀਂ ਉਹਦੇ ਬਾਰੇ ਵੀ ਗਡਕਰੀ ਸਾਹਿਬ ਨੂੰ ਲਿਖਾਂਗੇ ਕਿ ਤੁਸੀਂ ਟੋਲ ਪਲਾਜ਼ੇ ਬੰਦ ਕਰੋ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਕਾਹਦੇ ਵਾਸਤੇ ਦਗੜ ਕਰਾ ਰਹੇ ਉੱਥੇ। ਕਿੰਨੇ ਪੁਲਿਸ ਕਰਮਚਾਰੀ ਗਏ ਹੋਣਗੇ, ਕਿੰਨਾ ਸਰਕਾਰ ਦਾ ਖਰਚਾ ਹੋ ਰਿਹਾ, ਹੈਲੀਕਾਪਟਰ ਗਿਆ। ਜਿਹੜੇ ਟੋਲ ਪਲਾਜ਼ਾ ਦਾ ਟਾਈਮ ਹੀ ਖਤਮ ਹੋ ਗਿਆ, ਉਹਨੇ ਤਾਂ ਬੰਦ ਹੋਏ ਜਾਣਾ ਹੈ। ਉਸ ਤੋਂ ਬਾਅਦ ਤਾਂ ਉਹ ਚਲਾ ਹੀ ਨਹੀਂ ਸਕਦਾ। ਫਿਰ ਕਾਹਦੇ ਵਾਸਤੇ ਇੰਨਾ ਡਰਾਮਾ ਕੀਤਾ ਜਾ ਰਿਹਾ ਤੇ ਇੰਨਾ ਖਰਚਾ ਕੀਤਾ ਜਾ ਰਿਹਾ ਸਰਕਾਰ ਦਾ। ਅਕਾਲੀ ਦਲ ਨੇ ਵੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਬਿਨਾਂ ਮਤਲਬ ਲੋਕਾਂ ਦਾ ਕਰੋੜਾਂ ਰੁਪਇਆ ਖਰਾਬ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪੰਜਾਬੀਆਂ ਨੂੰ ਨਹੀਂ ਦੱਸਿਆ ਕਿ 2 ਨਵੇਂ ਟੋਲ ਅਸੀਂ ਆਪ ਖੋਲਤੇ ਤੇ ਜਿਹੜਾ ਬੰਦ ਹੋ ਗਿਆ, ਜਿਹਦੀ ਮਿਆਦ ਪੂਰੀ ਹੋ ਰਹੀ ਹੈ, ਉਹਦਾ ਢਡੋਰਾ ਪਿੱਟਿਆ ਜਾ ਰਿਹਾ। ਕਰੋੜਾਂ ਰੁਪਇਆ ਤਾਂ ਸੂਬੇ ਦਾ ਬਰਬਾਦ ਕੀਤਾ ਜਾਊਗਾ ਇਸ ਡਰਾਮੇਬਾਜ਼ੀ TRP ਐਕਸਰਸਾਈਜ਼ ਤੇ। ਮੁੱਖ ਮੰਤਰੀ ਚੰਡੀਗੜ੍ਹੋਂ ਚੱਲ ਕੇ ਉੱਥੇ ਜਾਣਗੇ, ਸਾਰਾ ਅਮਲਾ ਫੈਲਾ ਅਫਸਰਸ਼ਾਹੀ ਕੰਮ ਲੱਗੂਗੀ ਔਰ ਲੋਕ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੋਣਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਹੁਣ ਤੱਕ ਕੁੱਲ 10 ਟੋਲ ਬੰਦ ਕਰਵਾ ਚੁੱਕੇ ਨੇ ਤੇ ਹੁਣ ਨਜ਼ਰ ਨੈਸ਼ਨਲ ਹਾਈਵੇ ਵਾਲੇ ਟੋਲ ਪਲਾਜ਼ਾ ਤੇ ਵੀ ਹੈ। ਖੈਰ ਇਹ ਮਿਸ਼ਨ ਕਦੋਂ ਸ਼ੁਰੂ ਹੁੰਦਾ ਹੈ, ਇਸ ਤੇ ਵੀ ਨਜ਼ਰ ਰਹੇਗੀ। ਮੋਗਾ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਟੋਲ ਦੇ ਉੱਤੇ ਹੀ ਹੋਏਗੀ। ਟੋਲ ਬੰਦ ਹੋਇਆ ਹੈ ਜਾਂ ਕੀਤਾ ਗਿਆ, ਕੀ ਪੂਰਾ ਮਾਮਲਾ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਦਰਅਸਲ ਜਦੋਂ ਆਪਾਂ ਟੋਲ ਦੇ ਉੱਤੇ ਪਰਚੀ ਕਟਵਾਉਂਦੇ ਆ ਨਾ, ਜਿਨ੍ਹਾਂ ਨੇ ਤਾਂ ਕਦੇ ਜਾਣਾ ਹੁੰਦਾ ਕੋਈ ਦਿੱਕਤ ਨਹੀਂ, ਜਿਨ੍ਹਾਂ ਨੇ ਰੈਗੂਲਰ ਡੇਲੀ ਉੱਥੋਂ ਨਿਕਲਣਾ ਹੁੰਦਾ ਤਾਂ ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਟੋਲ ਕਿਉਂ ਦੇ ਰਹੇ ਹਾਂ, ਕਿਉਂਕਿ ਅਸੀਂ ਤਾਂ ਆਲਰੇਡੀ ਜਦੋਂ ਕੋਈ ਕਾਰ ਜਾਂ 2 ਵੀਲਰ ਜਿਸ ਦੇ ਉੱਤੇ ਵੀ ਟੋਲ ਲੱਗਦਾ, ਜਦੋਂ ਖਰੀਦਿਆ ਸੀ ਤਾਂ ਰੋਡ ਟੈਕਸ ਦਿੱਤਾ ਸੀ। ਇੱਕ ਅਲੱਗ ਵਿਸ਼ਾ ਜ਼ਰੂਰ ਹੈ, ਪਰ ਅੱਜ ਅਸੀਂ ਗੱਲ ਟੋਲ ਪਲਾਜ਼ਾ ਦੀ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਮਹਿਮਾਨਾਂ ਦਾ ਰੁਖ ਕਰੀਏ। ਉਸ ਤੋਂ ਪਹਿਲਾਂ ਜਿਹੜੇ ਡਿਬੇਟ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਹੋਏਗੀ, ਸਭ ਤੋਂ ਪਹਿਲਾਂ ਇੱਕ ਨਜ਼ਰ ਡਿਬੇਟਸ ਦੇ ਉੱਤੇ। ਡਿਬੇਟ ਪੁਆਇੰਟ ਨੰਬਰ 1 ਕਿ ਮਿਆਦ ਮੁੱਕੀ ਹੈ ਜਾਂ ਮੁਕਾ ਦਿੱਤੀ ਗਈ। ਇਹ ਇਸ ਕਰਕੇ ਸਵਾਲ ਹੈ ਕਿਉਂਕਿ ਜੁਲਾਈ ਦੇ ਵਿੱਚ ਕੀ ਵਾਕਈ ਮਿਆਦ ਮੁੱਕ ਰਹੀ ਸੀ? ਜੇਕਰ ਮੁੱਕ ਰਹੀ ਸੀ ਤਾਂ ਫਿਰ ਇੰਨਾ ਰੌਲਾ ਕਿਉਂ? ਜੇਕਰ ਇਹ ਮੁਕਾ ਦਿੱਤੀ ਗਈ ਹੈ ਤਾਂ ਇਸ ਦੇ ਪਿੱਛੇ ਐਕਸ਼ਨ ਪਲਾਨ ਕੀ ਸੀ? ਇਸ ਦੇ ਉੱਤੇ ਗੱਲਬਾਤ ਹੋਏਗੀ। ਦੂਜਾ ਡਿਬੇਟ ਪੁਆਇੰਟ ਜਿਸ ਦੇ ਉੱਤੇ ਗੱਲਬਾਤ ਅੱਜ ਕਰ ਰਹੀ ਹੈ, ਦੂਜਾ ਡਿਬੇਟ ਪੁਆਇੰਟ ਟੋਲ ਪਲਾਜ਼ਾ ਦੇ ਉੱਤੇ ਐਕਸ਼ਨ ਦੇ ਨਾਲ ਜੁੜਿਆ ਹੋਇਆ ਕਿ ਐਕਸ਼ਨ ਵੱਡਾ ਹੈ ਜਾਂ ਫਿਰ ਰੌਲਾ ਜ਼ਿਆਦਾ ਹੈ, ਕਿਉਂਕਿ ਵਿਰੋਧੀ ਇਹ ਇਲਜ਼ਾਮ ਲਗਾ ਰਹੇ ਨੇ, ਸਾਬਕਾ ਸੀਐਮ ਹੋਣ, ਅਕਾਲੀ ਦਲ ਦੇ ਲੀਡਰ ਹੋਣ, ਬੀਜੇਪੀ ਦੇ ਲੀਡਰ ਹੋਣ, ਤਾਂ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਤੇ ਤੀਜਾ ਪੁਆਇੰਟ ਜਿਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਰਾਹਤ ਦੇ ਉੱਤੇ ਸਿਆਸਤ ਕਿਉਂ, ਕਿ ਜਿਹੜੀ ਰਾਹਤ ਇੱਕ ਤਰੀਕੇ ਨਾਲ ਪਹੁੰਚੀ ਹੈ ਲੋਕਾਂ ਨੂੰ। ਇਹ ਬੜੀ ਗੱਲ ਕਲੀਅਰ ਹੈ ਕਿ ਜਿਹੜੇ ਮੋਗਾ ਲੋਕ ਜਾਂਦੇ ਨੇ ਜਾਂ ਜਿਹੜਾ ਸਿੰਘਾਂ ਵਾਲਾ ਟੋਲ ਪਲਾਜ਼ਾ ਨੂੰ ਰੋਜ਼ ਕ੍ਰਾਸ ਕਰਦੇ ਨੇ ਜਾਂ ਫਿਰ ਸਮੇਂ ਤੇ ਕ੍ਰਾਸ ਕਰਦੇ ਨੇ, ਉਹਨਾਂ ਨੂੰ ਤਾਂ ਰਾਹਤ ਮਿਲੀ ਹੈ। ਜੇ ਰਾਹਤ ਮਿਲੀ ਹੈ ਤਾਂ ਉਸ ਦੇ ਉੱਤੇ ਸਿਆਸਤ ਕਿਉਂ? ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਹੁਣ ਤਾਂ ਰੁਖ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਇਸ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਅਹਿਬਾਬ ਗਰੇਵਾਲ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਆਮ ਆਦਮੀ ਪਾਰਟੀ ਨੂੰ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਜੈਬੰਸ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਮਰਦੀਪ ਸਿੰਘ ਧਾਰਨੀ ਜੀ ਜੁੜ ਰਹੇ ਨੇ, ਧਾਰਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਧਾਰਨੀ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਹਰਮਨ ਸਿੱਧੂ ਜੀ ਜੁੜ ਰਹੇ ਨੇ, ਅਰਾਈਵ ਸੇਫ ਤੋਂ ਰੋਡ ਸੇਫਟੀ ਐਕਸਪਰਟ ਨੇ। ਹਰਮਨ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਨਿਊਜ਼ 18 ਦੇ ਉੱਤੇ। ਮੈਂ ਸ਼ੁਰੂਆਤ ਕਰਦਾ ਆਮ ਆਦਮੀ ਪਾਰਟੀ ਤੋਂ, ਅਹਿਬਾਬ ਗਰੇਵਾਲ ਜੀ ਤੁਹਾਡੇ ਤੋਂ। ਸਾਬਕਾ ਸੀਐਮ ਦੀ ਸਟੇਟਮੈਂਟ ਤੁਸੀਂ ਸੁਣੀ ਹੋਏਗੀ, ਉਹ ਪੁੱਛ ਰਹੇ ਆ ਕਿਉਂ ਦਗੜ ਕਰ ਰਹੇ ਹੋ ਇੰਨਾ? ਇਹ ਤਾਂ ਬੰਦ ਹੋ ਹੀ ਜਾਣੇ ਸੀ, ਇਹਨਾਂ ਦੇ ਉੱਤੇ ਇੰਨਾ ਰੌਲਾ ਕਿਉਂ ਹੈ?
ਇਹ ਤਾਂ ਜਦੋਂ ਮਿਆਦ ਹੀ ਮੁੱਕ ਗਈ ਫਿਰ ਤਾਂ ਬੰਦ ਹੋ ਜਾਣੇ ਸੀ। ਟੋਲ ਕੀ ਹੁੰਦਾ? ਟੋਲ ਉਹ ਹੁੰਦਾ ਜਿਹੜਾ ਆਪਾਂ ਕਰਜ਼ਾ ਦਿੰਦੇ ਆ। ਹੁਣ ਸਿੰਪਲ ਜੀ ਗੱਲ ਹੈ, ਜਦੋਂ ਕੋਈ ਸਰਕਾਰ ਜਾਂ ਕੋਈ ਨਵੀਂ ਸੜਕ ਬਣਦੀ ਹੈ, ਲੋਕਾਂ ਨੂੰ ਇਨਫਰਾਸਟ੍ਰਕਚਰ ਮਿਲਦਾ ਹੈ, ਲੋਕ ਉਹਦੇ 'ਚ ਭਾਗੀਦਾਰੀ ਪਾਉਂਦੇ ਆ, ਟੋਲ ਲੱਗਦਾ ਹੈ, ਲੋਕ ਬੜੇ ਖੁਸ਼ ਹੋ ਕੇ ਭਾਗੀਦਾਰੀ ਪਾਉਂਦੇ ਆ। ਦਗੜ ਤਾਂ ਹੋਈ ਨਹੀਂ ਸਰ, ਸਿੰਬਲਿਜ਼ਮ ਹੈ। ਸਿੰਬਲਿਜ਼ਮ ਕੀ ਹੈ ਕਿ ਪੰਜਾਬ ਦੇ ਵਿੱਚ ਆਪਣੇ ਤੇ ਹਰ ਜ਼ਿੰਦਗੀ ਦੇ ਪਹਿਲੂ ਤੇ ਟੋਲ ਲੱਗਿਆ ਹੋਇਆ ਸੀ। ਇਹ ਜਿਹੜੇ ਐਕਸਪਾਇਰ ਹੋਏ ਆ, ਇਹ ਤਾਂ ਡੇਟਾ ਮੁੱਕਿਆਂ ਨੂੰ ਤਾਂ ਸਰ 3-3 4-4 5-5 6-6 ਸਾਲ ਹੋ ਗਏ ਸਾਰਿਆਂ ਦੇ। ਇਹੀ ਤਾਂ ਗੱਲ ਹੈ ਕਿ ਪੰਜਾਬ ਦੇ ਵਿੱਚ ਕਦੇ ਕੋਈ ਇਨਫਰਾਸਟ੍ਰਕਚਰ ਦਾ ਕੰਮ ਕੀਤਾ, ਉਹਦੇ ਅਗਲੇ 10 ਸਾਲ ਪੰਜਾਬੀਆਂ ਦਾ ਜਾਂ 15 ਸਾਲ ਪੰਜਾਬੀਆਂ ਦਾ ਖੂਨ ਚੂਸਿਆ ਐਕਸਟਰਾ ਜੋ ਇਨਫਰਾਸਟ੍ਰਕਚਰ ਦੇ ਕੰਮ ਤੇ ਪੈਸਾ ਲੱਗਿਆ ਉਹਦੇ ਵਾਪਸ ਲੈ ਲੇ, ਪਰ ਐਕਸਟਰਾ ਚੂਸਿਆ। ਪਹਿਲੀ ਗੱਲ। ਦੂਜਾ, ਟੋਲ ਆਪਣੇ ਤੇ ਲਾਇਆ ਸਰ ਇਹਨਾਂ ਨੇ ਆਪਣੀ ਸੋਚ ਤੇ ਲਾਇਆ। ਆਪਾਂ ਨੂੰ ਇਹਨਾਂ ਨੇ ਧਰਮ ਤੇ ਜਾਤ ਤੇ ਵੰਡਣ ਦੀ ਕੋਸ਼ਿਸ਼ ਕੀਤੀ, ਆਪਾਂ ਨਹੀਂ ਵੰਡੇ ਗਏ। ਅੱਜ ਕੱਲ੍ਹ ਹੀ ਭਾਜਪਾ ਇਕੱਠੇ ਹੋ ਰਹੇ ਆ, ਪਹਿਲਾਂ ਹਿੰਦੂ ਸਿੱਖ ਖਤਰੇ 'ਚ ਪਾਉਣੇ ਸੀ, ਟੋਲ ਲਾਇਆ ਸੀ ਨਾ ਕਿ ਸਾਡਾ ਟੋਲ ਆ, ਅਸੀਂ ਸਿੱਖਾਂ ਦੇ ਨੁਮਾਇੰਦੇ ਆ, ਸਾਡਾ ਟੋਲ ਅਸੀਂ ਹਿੰਦੂਆਂ ਦੇ ਨੁਮਾਇੰਦੇ ਆ, ਅਸੀਂ ਉਹ ਹੋਣ ਨਹੀਂ ਦਿੱਤਾ। ਹੁਣ ਕਹਿੰਦੇ ਵੀ ਭਾਈ ਸਿੱਧੇ ਇਕੱਠੇ ਹੋ ਜਾਓ, ਕੋਈ ਹਰਜ ਨਹੀਂ ਹੁੰਦਾ। ਕਾਂਗਰਸ ਤੇ ਬਸਪਾ ਦਾ ਜਿਹੜਾ ਟੋਲ ਆ ਉਹਨਾਂ ਨੂੰ ਆਬਵੀਅਸਲੀ ਜਾਤ ਯਾਦ ਆਉਣੀ ਸੀ ਕਿ ਏਦਾਂ ਹੋ ਗਿਆ ਜੀ, ਫਲਾਣਾ ਜਾਖੜ ਜੀ ਨੇ ਫਲਾਣਾ ਕਰਤਾ। ਮੁੱਖ ਦੀ ਗੱਲ ਇਹ ਆ, ਮਾਨ ਸਾਹਿਬ ਨੇ ਇਹ ਕੀਤਾ। ਸੀਐਮ ਸਾਹਿਬ ਇਹ ਨਹੀਂ ਹੈਗਾ ਕਿ ਬਿੱਲ ਲੈ ਕੇ ਜਾ ਕੇ ਆ ਕਰਨ, ਉਹਨਾਂ ਨੇ ਪੰਜਾਬੀਆਂ ਨੂੰ ਬਾਰ-ਬਾਰ ਇੱਕ ਚੀਜ਼ ਦੱਸੀ ਹੈ ਕਿ ਏਦਾਂ ਤੁਹਾਡੀ ਜੇਬ ਤੇ, ਤੁਹਾਡੇ ਦਿਮਾਗ ਤੇ ਟੋਲ ਲਾ ਰਹੇ ਸੀ, ਐਕਸਪਾਇਰੀ ਡੇਟ ਤੋਂ ਬਾਅਦ ਲਾ ਰਹੇ ਸੀ। ਉਹਨਾਂ ਮੁੱਦਿਆਂ ਦੀ, ਉਹਨਾਂ ਚੀਜ਼ਾਂ ਦੀ ਤੁਹਾਡੀ ਜੇਬ ਚੋਂ ਪੈਸੇ ਕਢਾ ਰਹੇ ਸੀ। ਉਹਨਾਂ ਸੜਕਾਂ ਬਣਾਈ ਦੇ ਜਿਹੜੇ 20 ਸਾਲ ਪਹਿਲਾਂ ਬਣ ਗਈਆਂ, ਤੇ ਤੁਹਾਡੇ ਦਿਮਾਗ ਤੇ ਟੋਲ ਲਾ ਰਹੇ ਸੀ ਉਹਨਾਂ ਮੁੱਦਿਆਂ ਦਾ ਜਿਹੜੇ ਪਿਛਲੇ 50 ਸਾਲ ਤੋਂ ਉਹਨਾਂ ਨੇ ਮਕਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਸਾਡਾ ਕਹਿਣਾ ਇਹ ਹੈ ਸਰ, ਪੰਜਾਬੀਆਂ ਦੀ ਲੁੱਟ ਸਰੀਰਕ, ਮਾਨਸਿਕ, ਸੋਸ਼ਲ ਤੇ ਫਾਈਨੈਂਸ਼ੀਅਲ ਅਸੀਂ ਖਤਮ ਕਰਨੀ ਹੈ। ਸਾਡਾ ਤੇ ਇਹ ਮਨਸ਼ਾ ਜੀ, ਅਸੀਂ ਤਾਂ ਇਸ ਮਨਸ਼ਾ ਨਾਲ ਟੋਲ ਬੰਦ ਕਰ ਰਹੇ ਹਾਂ। ਠੀਕ ਹੈ, ਮੈਂ ਸਾਰਿਆਂ ਦਾ ਇੱਕ ਵਾਰੀ ਰਿਐਕਸ਼ਨ ਲਵਾਂ, ਉਸ ਤੋਂ ਬਾਅਦ ਹੋਰ ਸਵਾਲਾਂ ਦੇ ਨਾਲ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਰੁਕ ਕਰਦਾ ਧਾਰਨੀ ਸਾਹਿਬ ਦਾ, ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਧਾਰਨੀ ਸਾਹਿਬ, ਟੋਲ ਪਲਾਜ਼ੇ ਦੇਖੋ ਬੰਦ ਹੋ ਰਹੇ ਨੇ, ਦਾਅਵਾ ਇਹੀ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਵੱਖੋ-ਵੱਖ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਟੋਲ ਲਗਾ ਦਿੱਤੇ ਗਏ ਸੀ, ਮਿਆਦ ਨਿਕਲ ਜਾਂਦੀ ਸੀ, ਬਾਵਜੂਦ ਇਸ ਦੇ ਫਿਰ ਟੋਲ ਵਸੂਲਿਆ ਜਾਂਦਾ ਸੀ, ਪਰ ਹੁਣ ਅਸੀਂ ਨਹੀਂ ਹੋਣ ਦੇ ਰਹੇ ਇਸ ਤਰੀਕੇ ਨਾਲ। ਦੇਖੋ, ਜਿਹੜਾ ਇਹ ਅੱਜ ਦਾ ਟੋਲ ਪਲਾਜ਼ਾ ਇਹਨਾਂ ਨੇ ਬੰਦ ਕੀਤਾ ਹੈ, ਚਲੋ ਬਹੁਤ ਚੰਗੀ ਗੱਲ ਹੈਗੀ ਆ, ਕਰਨੇ ਚਾਹੀਦੇ ਆ। ਇਸ ਬਾਰੇ ਇੱਕ ਜਿਹੜੇ ਹੈਗੇ ਆ ਨਾ ਆਪਣੇ ਆਰਟੀਆਈ ਕਾਰਕੁਨ, ਉਹਨਾਂ ਨੇ ਆਲਰੇਡੀ ਇਹਦੇ ਉੱਤੇ ਜਿਹੜਾ ਹੈਗਾ ਆਪਣਾ ਟਵੀਟ ਕਰ ਦਿੱਤਾ ਸੀ ਕਿ ਫਲਾਣੀ ਡੇਟ ਨੂੰ ਭਗਵੰਤ ਮਾਨ ਜੀ ਅਨਾਉਂਸ ਕਰਨਗੇ, ਮੈਂ ਉਹ ਬੰਦ ਕਰਤਾ। ਉਹਨੇ ਆਰਟੀਆਈ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਇਹਦੀ ਬੁਨਿਆਦ ਜਿਹੜੀ ਹੈਗੀ ਆ ਮੁੱਕ ਚੁੱਕੀ ਆ। ਔਰ ਦੇਖੋ, ਇਹ ਜਿੰਨੀਆਂ ਅਹਿਬਾਬ ਜੀ ਨੇ ਗੱਲਾਂ ਕੀਤੀਆਂ ਨਾ ਕਿ ਲੋਕਾਂ ਨੂੰ ਅਸੀਂ ਦੱਸਣਾ, ਇਹ ਬੜੀਆਂ ਕਿਤਾਬੀ ਗੱਲਾਂ ਕੀਤੀਆਂ। ਤੁਹਾਡੇ ਦਿਮਾਗ ਨੂੰ ਟੋਲ ਲਾਇਆ ਗਿਆ, ਤੁਹਾਡੇ ਜ਼ਹਿਨ 'ਚ ਟੋਲ ਲਾਇਆ ਗਿਆ, ਤੁਹਾਡੇ ਪੈਸੇ ਤੇ ਟੋਲ ਲਾਇਆ ਗਿਆ। ਮੈਂ ਕਹਿੰਦਾ 10 ਵਾਰ ਹੋ ਗਈ, ਕੀ ਹਾਲੇ ਲੋਕਾਂ ਨੂੰ ਸਮਝ ਨਹੀਂ ਆਈ ਇਹਨਾਂ ਦੀ ਕਹੀ। ਪਰ ਇਹ ਦੱਸਣ, ਮੈਂ ਅਵਾਬ ਜੀ ਨੂੰ ਇਹ ਪੁੱਛਦਾ ਕਿ ਅੱਜ ਦਾ ਖਰਚਾ ਕਿੰਨਾ ਆਇਆ ਹੈਗਾ, ਉਹ ਦੱਸਣ ਲੋਕਾਂ ਨੂੰ ਕਿੰਨਾ ਆਇਆ ਹੈਗਾ ਅੱਜ ਦਾ ਕੱਲੇ ਦਾ। ਇੱਕ ਗੱਲ ਜੀ। ਦੂਜੀ ਗੱਲ, ਮੈਂ ਕਹਿੰਦਾ ਕੱਲੇ ਇਹ ਲਾਡੋਵਾਲ ਜਿਹੜਾ ਹੈਗਾ ਟੋਲ ਪਲਾਜ਼ਾ ਇਹਨਾਂ ਦੇ ਨੇੜੇ ਪੈਂਦਾ ਬਾਬ ਜੀ ਦੇ, ਇਹਨਾਂ ਕਹੋ ਬੰਦ ਕਰਾ ਦੇਣ। ਜਿਹੜਾ ਸਭ ਤੋਂ ਵੱਡਾ ਪੰਜਾਬ ਦਾ ਡਾਕਾ ਹੈ ਨੰਬਰ 2, ਉਹ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਹੈ। ਮੈਂ ਦੱਸਦਾ ਜੀ, ਨੈਸ਼ਨਲ ਹਾਈਵੇ ਕਹਿੰਦੇ ਆ, ਗਡਕਰੀ ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਹੈਗੀ ਆ। ਲੋਕਾਂ ਦੀ ਜ਼ਹਿਮੀਅਤ ਦੇ ਉੱਤੇ ਤੋਂ ਅਸੀਂ ਜਿਹੜਾ ਹੈਗੇ ਨਾਕੇ ਚੱਕਣੇ ਹੈਗੇ ਆ। ਮੈਂ ਦੂਜਾ ਇਹਨਾਂ ਨੂੰ ਸਵਾਲ ਇਹ ਪੁੱਛਦਾ ਹੈਗਾ ਕਿ ਹਰਮੰਦਰ ਸਾਹਿਬ ਜੇ ਜਾਣਾ ਹੋਵੇ ਕਿਸੇ ਬੰਦੇ ਨੇ, ਜਿਹੜਾ ਕਿ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਕ੍ਰਿਸਚਨ, ਹਰ ਇਨਸਾਨ ਦੀ ਆਸਥਾ ਦਾ ਵਿਸ਼ਾ, ਔਰ ਮੈਂ ਬਾਪ ਜੀ ਦੱਸਣ ਕਿ ਉਹਦੇ ਆਲੇ ਦੁਆਲੇ ਕਿੰਨੇ ਟੋਲ ਪਲਾਜ਼ੇ ਹੈਗੇ ਆ। ਗਰੀਬ ਲੋਕ ਉੱਥੇ ਮੱਥਾ ਟੇਕਣ ਜਾਂਦੇ ਹੈਗੇ ਆ। 8 ਟੋਲ ਪਲਾਜ਼ੇ ਆ ਜੀ ਇਕੱਲੇ ਆਪਣਾ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ, 8 ਟੋਲ ਪਲਾਜ਼ੇ। ਕੋਈ ਬੰਦਾ ਜਿਹੜਾ ਹੈਗਾ ਕਿਸੇ ਪਾਸੇ ਨੂੰ ਇਗਨੋਰ ਕਰਕੇ ਅੰਮ੍ਰਿਤਸਰ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਜਦੋਂ ਤੱਕ ਜਜੀਆ ਟੈਕਸ ਨਾ ਦਵੇ। ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਉਹ 8 ਦੇ 8 ਬੰਦ ਕਰਵਾ ਦਿਓ। ਉਹਨਾਂ ਦੇ ਵਿੱਚੋਂ ਕਿਤੇ ਤੋਂ ਤਾਂ ਲੋਕ ਜਿਹੜੇ ਹੈਗੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀ ਬਜਾਏ ਜਿਹੜੇ ਪੈਸੇ ਉੱਥੇ ਵੀ ਟੇਕਣੇ ਹੈਗੇ ਆ, ਉਹ ਤੋਂ ਪਹਿਲਾਂ ਜਿਹੜਾ ਟੋਲ ਪਲਾਜ਼ੇ ਨੂੰ ਮੱਥਾ ਟੇਕਦੇ ਆ ਨਾ, ਉਹ ਬੰਦ ਕਰਵਾਓ ਲੋਕਾਂ ਨੂੰ। ਠੀਕ। ਧਾਰਨੀ ਸਾਹਿਬ, ਇੱਕ ਛੋਟਾ ਜਿਹਾ ਸਵਾਲ, ਇਹ ਜਿਹੜੇ 8 ਟੋਲ ਪਲਾਜ਼ਿਆਂ ਦਾ ਦਰਬਾਰ ਸਾਹਿਬ ਜਾਂ ਜਾਂਦੇ ਹੋਏ ਜਿਹੜੇ ਸ਼ਰਧਾਲੂਆਂ ਨੂੰ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਕਦੋਂ ਤੋਂ, ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ, ਕਦੋਂ ਤੋਂ ਚੱਲ ਰਹੇ ਨੇ?
ਇਹ ਜਦੋਂ ਤੋਂ ਜੀ ਇਹ ਜਿਹੜੀ ਹੈਗੀ ਆ ਆਪਣਾ ਸੈਂਟਰ ਦੇ ਵਿੱਚ ਸਰਕਾਰ ਬਣੀ ਹੈਗੀ ਆ, ਜਦੋਂ ਤੇ ਆ ਨਵਾਂ ਸਿਸਟਮ ਕੀਤਾ ਕਿ ਅਸੀਂ ਹਾਈਵੇ ਬਣਾ ਰਹੇ ਹਾਂ, ਅਸੀਂ ਫਲਾਣਾ ਕਰ ਰਹੇ ਹਾਂ, ਮੈਨੂੰ ਤਾਂ ਸਮਝ ਨਹੀਂ ਆਈ ਹੈਗੀ। ਇਹ ਕਹਿੰਦੇ ਅਸੀਂ ਬਹੁਤ ਅਵੇਅਰ ਹੈ, ਅਸੀਂ ਅਵੇਅਰ ਨਹੀਂ ਹੈਗੇ, ਇਹ ਬਹੁਤ ਅਵੇਅਰ ਹੈ। ਇਹਨਾਂ ਨੇ ਬੰਦ ਕਰਾਇਆ, ਇਹਨਾਂ ਨੇ ਕਿਸੇ ਨੂੰ ਐਕਸਟੈਂਸ਼ਨ ਨਹੀਂ ਦਿੱਤੀ। ਉਹ ਬਥੇਰਾ ਰੌਲਾ ਪਿਆ ਭਾਨੀਗੜ੍ਹ ਵਾਲੇ ਦਾ, ਦੱਸਿਆ ਗਿਆ ਕਿ PWD ਵਾਲੇ ਕਿੰਨੀ ਦੇਰ ਜਿਹੜਾ ਹੈਗਾ ਉੱਥੇ ਤੋਂ ਪੈਸੇ ਚੱਕ ਕੇ ਜਾਂਦੇ ਰਹੇ, ਉਹਦੇ ਸਾਰੀ ਉਹ ਡਿਟੇਲ ਆਉਂਦੀ ਰਹੀ ਹੈਗੀ ਆ। ਉਹ ਠੇਕੇਦਾਰ ਨੇ ਬਿਆਨ ਦਿੱਤਾ ਸੀ। ਸੋ ਮੈਂ ਕਹਿਣਾ ਅਸੀਂ ਫੇਰ ਵੀ ਪੋਜ਼ਿਟਿਵਲੀ ਗੱਲ ਕਰਦੇ ਆ। ਮੈਂ ਕਹਿਣਾ ਕਿ ਲੋਕ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਮੱਥਾ ਟੇਕਦੇ ਹੈਗੇ ਨਾ, ਉਹ ਬੰਦ ਕਰਾਓ। ਉਹਦੇ ਤੇ ਐਫਰਟਸ ਜਿਹੜੀਆਂ ਹੈਗੀਆਂ ਆਪਣੀਆਂ ਸਭ ਤੋਂ ਪਹਿਲਾਂ ਯੂਜ਼ ਕਰੋ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਜੈਬੰਸ਼ ਦਾ ਇੱਕ ਵਾਰ ਰੁਕ ਕਰਾਂ। ਸਾਡੇ ਨਾਲ ਹਰਮਨ ਸਿੱਧੂ ਜੀ ਵੀ ਲਗਾਤਾਰ ਜੁੜੇ ਹੋਏ ਨੇ। ਜੈਬੰਸ਼ ਜੀ, ਬੀਜੇਪੀ ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ, ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਇੱਕ ਸਵਾਲ ਆ ਰਿਹਾ ਹੋਏਗਾ ਕਿ ਜੇ 10 ਟੋਲ ਪਲਾਜ਼ਾ ਬੰਦ ਹੋ ਗਏ ਤਾਂ ਕੀ ਪਿਛਲੇ 10-12 ਮਹੀਨਿਆਂ ਦੇ ਵਿੱਚ ਹੀ ਉਹ ਬੰਦ ਹੋਣੇ ਸੀ? ਕਿ ਉਹਨਾਂ ਦੀ ਮਿਆਦ ਹੀ ਪਿਛਲੇ 10-12 ਮਹੀਨਿਆਂ ਦੇ ਵਿੱਚ ਖਤਮ ਹੋ ਰਹੀ ਸੀ? ਥੈਂਕ ਯੂ ਵੈਰੀ ਮਚ ਗੌਰਵ ਜੀ। ਪਹਿਲੀ ਗੱਲ ਤੇ ਇਹ ਟੋਲ ਪਲਾਜ਼ਾ ਦੇ ਉੱਤੇ ਅਸੀਂ ਪਹਿਲੇ ਵੀ ਕਾਫੀ ਡਿਬੇਟ ਕਰ ਲਈ ਹੋਈ ਹੈ, ਤੇ ਕਾਫੀ ਵਾਰ ਤੁਹਾਡੇ ਚੈਨਲ ਦੇ ਵਿੱਚ ਵੀ ਹੋ ਗਈ ਹੈ। ਤੇ ਇਹਦੇ ਜਿਹੜੇ ਬੇਸਿਕ ਫੈਕਟਰਸ ਹੈਗੇ ਨੇ ਉਹ ਸਾਨੂੰ ਸਾਰਿਆਂ ਨੂੰ ਕਾਫੀ ਕਲੀਅਰ ਨੇ ਕਿ ਇਹਨਾਂ ਦੀ ਬੁਨਿਆਦ ਜਿਹੜੀ ਹੈ ਉਹ ਖਤਮ ਹੋ ਰਹੀ ਸੀਗੀ, ਉਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਸੀਗਾ। ਚੰਗਾ ਇਹ ਹੁੰਦਾ ਅਗਰ ਕਾਂਗਰਸ ਦਾ ਬੰਦਾ ਇੱਥੇ ਹੁੰਦਾ ਤਾਂ ਕਿ ਉਹ ਦੱਸ ਸਕਦਾ ਸੀਗਾ ਕਿ ਇਹਨਾਂ ਨੂੰ ਐਕਸਟੈਂਡ ਕਿਉਂ ਨਹੀਂ ਕੀਤਾ ਗਿਆ, ਪਹਿਲੇ ਐਕਸਟੈਂਡ ਕਿਉਂ ਕੀਤਾ ਗਿਆ। ਚਲੋ ਐਨੀਵੇ, ਹੁਣ ਮੈਨੂੰ ਜ਼ਿਆਦਾ ਟੋਲ ਪਲਾਜ਼ਾਸ ਦੀ ਪ੍ਰੋਬਲਮ ਨਹੀਂ ਹੈ। ਮੈਨੂੰ ਇਹ ਪ੍ਰੋਬਲਮ ਹੈ ਕਿ ਰੋਜ਼ ਦੇ ਰੋਜ਼ ਕੋਈ ਨਾ ਕੋਈ ਇੱਕ ਐਸਾ ਗੱਲ ਲੈ ਕੇ ਆਮ ਆਦਮੀ ਪਾਰਟੀ ਸਾਡਾ ਜਿਹੜਾ ਦਿਮਾਗ ਕੋਰ ਇਸ਼ੂਜ਼ ਤੋਂ ਦੂਰ ਕਰੀ ਜਾ ਰਹੀ ਹੈ, ਸਾਡੀਆਂ ਡਿਬੇਟਸ ਨੂੰ ਜਾਣ ਕੇ ਕੋਰ ਇਸ਼ੂਜ਼ ਤੋਂ ਦੂਰ ਕਰੀ ਜਾ ਰਹੀ ਹੈ। ਮੈਂ ਚਾਹੁੰਦਾ ਕਿ ਸਾਡੀਆਂ ਡਿਬੇਟਸ ਦਾ ਫੋਕਸ ਉਹ ਕੋਰ ਇਸ਼ੂਜ਼ ਦੇ ਉੱਤੇ ਆ ਜਾਏ, ਤੇ ਉਹ ਕੋਰ ਇਸ਼ੂਜ਼ ਹੈਗੇ ਨੇ ਸਾਡੀ ਵੈਰੀ and order situation, corruption, employment, fiscal deficit, mafia, drugs, schools ਜਿਹੜੇ ਨਹੀਂ ਚੱਲ ਰਹੇ, ਮੈਡੀਕਲ, ਉਹਦੇ ਉੱਤੇ ਹੁਣ ਮੈਂ ਦੇਖ ਰਿਹਾ ਗੌਰਵ ਜੀ ਪਿਛਲੇ ਕੋਈ 10-15-20 ਦਿਨਾਂ ਤੋਂ ਇੱਕ ਵੀ ਡਿਬੇਟ ਨਹੀਂ ਹੋਈ। ਅਸੀਂ ਹੋਰ ਹੀ ਕੁਝ ਮੁੱਦੇ ਲੈ ਕੇ ਬੈਠੇ ਰਹਿੰਦੇ ਆ। ਹੁਣ ਮੈਨੂੰ ਇਹ ਦੱਸ ਦੇਣ, ਚਲੋ ਉਹ ਤੇ ਛੱਡੋ, ਅਹਿਬਾਬ ਗਰੇਵਾਲ ਸਾਹਿਬ ਇਹ ਦੱਸ ਦੇਣ ਕਿ ਇਹਨਾਂ ਨੇ 10 ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਨੇ, ਉੱਥੋਂ ਦੇ ਜਿਹੜੇ ਪੈਸੇ ਆਉਂਦੇ ਸੀਗੇ, ਉਹਨਾਂ ਪੈਸਿਆਂ ਦੇ ਬਗੈਰ ਜਿਹੜੀਆਂ ਸੜਕਾਂ ਨੇ ਉਹਨੂੰ ਰਿਪੇਅਰ ਕਰਨ ਦੇ ਵਾਸਤੇ ਇਹਨਾਂ ਨੇ ਕੀ ਪਾਲਿਸੀ ਬਣਾਈ ਹੈ, ਕਿੰਨੇ ਪੈਸੇ ਇਹਨਾਂ ਨੇ ਬਜਟ ਦੇ ਵਿੱਚ ਉਹਦੇ ਵਾਸਤੇ ਰੱਖੇ ਨੇ, ਤੇ ਉਹ ਪੈਸੇ ਆਣਗੇ ਕਿੱਥੋਂ? ਠੀਕ ਹੈ, ਉਹ ਇੰਪੋਰਟੈਂਟ ਪੁਆਇੰਟ ਹੈ ਕਿ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਹੋਵੇਗੀ। ਠੀਕ ਹੈ, ਆਪਾਂ ਅਹਿਬਾਬ ਗਰੇਵਾਲ ਜੀ ਦਾ ਰੁਖ ਕਰਾਂਗੇ, ਬਹੁਤ ਸਾਰੇ ਸਵਾਲ ਨੇ, ਪਰ ਪਹਿਲਾਂ ਮੈਂ ਇੱਕ ਵਾਰੀ ਹਰਮਨ ਜੀ ਦਾ ਰੁਖ ਕਰਦੇ ਹਾਂ। ਸਾਡੇ ਨਾਲ ਹਰਮਨ ਸਿੱਧੂ ਜੀ ਜੁੜੇ ਹੋਏ ਨੇ। ਸਰ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਹੋਪਫੁਲੀ। ਇਹ ਟੋਲ ਪਲਾਜ਼ੇ ਬੰਦ ਹੋਣ ਵਾਲੀ ਗੱਲ, ਦੇਖੋ ਬਹੁਤ ਸਾਰੇ ਦਰਸ਼ਕ ਹਰਮਨ ਜੀ ਇਸ ਸਮੇਂ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ, ਉਹ ਇਹ ਵੀ ਕਹਿ ਰਹੇ ਹੋਣਗੇ ਕਿ ਪਹਿਲਾਂ ਟੋਲ ਪਲਾਜ਼ਾ ਕੋਈ ਬੰਦ ਹੋ ਗਿਆ ਜਾਂ ਬੰਦ ਕਰਵਾ ਦਿੱਤਾ ਗਿਆ ਜਾਂ ਉੱਥੋਂ ਫ੍ਰੀ ਨਿਕਲਣਾ ਉਹਨਾਂ ਦੇ ਲਈ ਪੋਸੀਬਲ ਹੋਇਆ, ਇਹ ਆਮ ਤੌਰ ਤੇ ਜ਼ਿਆਦਾ ਕਦੇ ਸੁਣਿਆ ਨਹੀਂ ਗਿਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਿਹੜੇ ਟੋਲ ਪਲਾਜ਼ਿਆਂ ਨੂੰ ਜਾ ਕੇ ਬੰਦ ਕਰਵਾ ਦਿੱਤਾ ਗਿਆ ਜਾਂ ਜਿਨ੍ਹਾਂ ਦੀ ਇੱਕ ਮਿਆਦ ਖਤਮ ਹੋ ਚੁੱਕੀ ਸੀ, ਤੇ ਇੱਕ ਪੋਲੀਟੀਕਲ ਤੌਰ ਦੇ ਉੱਤੇ ਕ੍ਰੈਡਿਟ ਲੈਣ ਦੀ ਵੀ ਜ਼ਰੂਰ ਕੋਸ਼ਿਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਹ ਜ਼ਰੂਰ ਦੇਖਣ ਨੂੰ ਇੱਦਾਂ ਲੱਗ ਰਿਹਾ ਕਿ ਵੀ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, ਬਟ ਮੇਰੇ ਲਈ ਇਹ ਚੀਜ਼ ਇੰਨੀ ਅਹਿਮ ਨਹੀਂ ਲੱਗਦੀ ਕਿ ਵੀ ਕਿਹੜੀ ਪਾਰਟੀ ਇਹਦੇ ਵਿੱਚ ਪੋਲੀਟੀਕਲ ਮਾਈਲੇਜ ਲੈ ਰਹੀ ਹੈ। ਜਿਹੜਾ ਮੇਨ ਇਸ਼ੂ ਮੈਨੂੰ ਜੋ ਲੱਗ ਰਿਹਾ ਹੈ ਕਿ ਜਿਹੜੀ ਇਹ ਕੰਪਨੀਜ਼ ਹੈਗੀਆਂ ਜਿਹੜੀਆਂ ਵੀ ਰੋਡਸ ਨੂੰ ਮੇਨਟੇਨ ਕਰਦੀਆਂ ਜਾਂ ਆਪਰੇਟ ਕਰਦੀਆਂ, ਰਨ ਕਰਦੀਆਂ, ਚਾਹੇ ਉਹ ਨੈਸ਼ਨਲ ਹਾਈਵੇ ਦੀਆਂ ਨੇ ਚਾਹੇ ਉਹ ਸਟੇਟ ਹਾਈਵੇ ਦੀਆਂ ਨੇ, ਵੀ ਜਿਹੜੀਆਂ ਉਹਨਾਂ ਨੇ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਹੁੰਦੀਆਂ ਵੀ ਲੋਕਾਂ ਦਾ ਜਿਹੜਾ ਟਰੈਵਲ ਟਾਈਮ ਹੈ ਉਹ ਸਮੂਥ ਹੋਵੇ, ਸੇਫ ਹੋਵੇ, ਤਾਂ ਕਿ ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸੁਰੱਖਿਅਤ ਪਹੁੰਚ ਸਕੇ। ਸੋ ਜਿਹੜੀ ਇਹ ਚੀਜ਼ ਹੈ ਇਹਦੇ ਬਾਰੇ ਜਿਹੜੀ ਇੱਕ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਪਹਿਲਾਂ ਵੀ ਨਹੀਂ ਸੀ, ਤੇ ਮੈਨੂੰ ਲੱਗਦਾ ਵੀ ਇਹ ਟੋਲ ਜਦ ਬੰਦ ਹੋ ਜਾਣੇ ਤਾਂ ਉਹ ਤੋਂ ਬਾਅਦ ਹੋਰ ਘਟ ਜਾਣੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਜਿਹੜੇ ਕੰਸੈਸ਼ਨਰ ਹੁੰਦੇ ਆ, ਇਹ ਮੈਂ ਨੈਸ਼ਨਲ ਹਾਈਵੇ ਦੀ ਗੱਲ ਕਰ ਰਿਹਾ ਇਸ ਟਾਈਮ, NHAI ਦੀ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ। ਸੋ ਜੇ ਕੋਈ ਮਸਲਾ ਤੁਸੀਂ ਉਹਨਾਂ ਦੇ ਕੋਲ ਰੇਜ਼ ਕਰੋ, ਜੋ ਸਰਕਾਰੀ ਅਦਾਰਾ ਨੈਸ਼ਨਲ ਹਾਈਵੇ ਅਥਾਰਟੀ, ਉਹ ਕਹਿੰਦੇ ਨੇ ਜੀ ਵੀ ਇਹ ਕੰਪਨੀ ਹੈ ਜਿਹੜੀ ਕੰਸੈਸ਼ਨਰ ਜਿਹੜੀ ਟੋਲ ਲੈਂਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਕਰਨਗੇ। ਉਹ ਨਹੀਂ ਕਰਦੇ। ਸੇਮ ਚੀਜ਼ ਹੁੰਦੀ ਹੈ ਜੇ ਉਹ PWD ਜਾਂ ਸਟੇਟ ਹਾਈਵੇ ਦੀ ਗੱਲ ਹੋਵੇ। ਸੋ ਜੇ ਬੰਦਾ ਉੱਥੇ ਥੋੜੇ ਪੈਸੇ ਪੇ ਕਰ ਰਿਹਾ ਹੈ ਤੇ ਉਹਦੀ ਗੱਡੀ ਦਾ ਜਾਂ ਉਹ ਬੰਦੇ ਦਾ ਨੁਕਸਾਨ ਨਹੀਂ ਹੋ ਰਿਹਾ, ਤਾਂ ਅਗਲੇ ਨੂੰ ਕਿਸੇ ਨੂੰ ਚੁਭੇਗਾ ਨਹੀਂ। ਸੋ ਇਹ ਚੀਜ਼ ਕੱਲੀ ਇਹ ਨਾ ਦੇਖੀ ਜਾਏ ਕਿ ਟੋਲ ਬੰਦ ਹੋ ਗਏ
ਤੇ ਆਪਾਂ ਨੂੰ 25-30 ਰੁਪਏ ਦਾ ਫਾਇਦਾ ਹੋ ਗਿਆ। ਜ਼ਰੂਰ ਉਹ ਫਾਇਦਾ ਹੋਇਆ ਹੈ। ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਪੈਸਿਆਂ ਦੇ ਵੀ, ਤੇ ਜਿਹੜਾ ਉਹਨਾਂ ਦੇ ਉੱਥੇ ਕੰਮ ਹੋ ਰਿਹਾ, ਚਾਹੇ ਉਹ ਮੇਨਟੇਨੈਂਸ ਆਫ ਰੋਡ ਹੈ, ਚਾਹੇ ਜਿਹੜੇ ਉਹਦੇ ਅਦਰ ਐਸਪੈਕਟਸ ਹੈਗੇ ਆ, ਉਹ ਵੀ ਉਨੇ ਹੀ ਜ਼ਰੂਰੀ ਹੈ ਤੇ ਉਹਨਾਂ ਤੇ ਵੀ ਉਨਾ ਹੀ ਫੋਕਸ ਹੋਣਾ ਚਾਹੀਦਾ ਹੈ। ਠੀਕ ਹੈ, ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਚੁੱਕਿਆ। ਮੈਂ ਅਹਿਬਾਬ ਗਰੇਵਾਲ ਜੀ ਦਾ ਰੁਕ ਕਰਦਾ। ਗਰੇਵਾਲ ਸਾਹਿਬ, ਆਪਾਂ ਅਗਲੇ ਪੁਆਇੰਟ ਦੇ ਉੱਤੇ ਜਾਈਏ, ਜਿਹੜੇ ਬੰਦ ਹੋਏ ਨੇ, ਟੋਲ ਕਰਵਾਏ ਨੇ ਜਾਂ ਹੋਏ ਨੇ, ਉਸ ਪੁਆਇੰਟ ਤੇ ਜਾਵਾਂ। ਪਰ ਦੇਖੋ, ਹੁਣ ਪੁਆਇੰਟ ਇਹ ਵੀ ਇੱਥੇ ਨਿਕਲ ਕੇ ਸਾਹਮਣੇ ਆ ਰਿਹਾ ਕਿ ਜਿਸ ਸੜਕ ਦੇ ਉੱਤੇ ਟੋਲ ਬੰਦ ਹੋ ਗਿਆ ਤਾਂ ਟੋਲ ਕੰਪਨੀ ਦਾ ਕੰਟਰੈਕਟ ਖਤਮ ਹੋ ਗਿਆ, ਬਹੁਤ ਕਲੀਅਰ ਹੈ। ਹੁਣ ਉਹ ਸਰਕਾਰ ਦੇ ਅਧੀਨ ਪੂਰੀ ਰੋਡ ਹੋਏਗੀ ਤੇ ਉਸ ਰੋਡ ਦੀ ਮੇਨਟੇਨੈਂਸ, ਉੱਥੇ ਜਿਹੜੀਆਂ ਸਟਰੀਟ ਲਾਈਟਸ ਹੁੰਦੀਆਂ ਨੇ, ਉੱਥੇ ਜਿਹੜੀ ਹੋਰ ਚੀਜ਼ਾਂ ਹੁਣ ਤੱਕ ਲੋਕਾਂ ਨੂੰ ਸਹੂਲਤ ਦੇ ਤੌਰ ਦੇ ਉੱਤੇ ਮਿਲ ਰਹੀਆਂ ਸੀ, ਉਹ ਤੁਹਾਡੀ ਜ਼ਿੰਮੇਵਾਰੀ ਅੱਜ ਤੋਂ। ਟੋਲ ਤਾਂ ਬੰਦ ਹੋ ਗਿਆ, ਲੋਕਾਂ ਨੂੰ ਲੱਗ ਰਿਹਾ ਕਿ ਠੀਕ ਹੈ, ਸਾਡੇ 25 ਰੁਪਏ ਬਚ ਗਏ ਜਾਂ 50 ਰੁਪਏ ਬਚ ਗਏ, ਜਿੰਨਾ ਵੀ ਉੱਥੇ ਟੋਲ ਲੱਗਦਾ ਸੀ, ਪਰ ਹੁਣ ਸੜਕ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ? ਸਰ, ਟੋਟਲ ਸੜਕ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਪਹਿਲੀ ਗੱਲ, ਬੜਾ ਸਹੀ ਪੁਆਇੰਟ ਚੁੱਕਿਆ ਇਹਨਾਂ ਨੇ। ਬਟ ਫੈਕਟ ਇਹ ਹੈ ਕਿ ਜਿਹੜੀਆਂ ਕੰਪਨੀਆਂ ਦੇ ਹੁਣ ਬੰਦ ਕੀਤੇ ਜਾ ਰਹੇ ਨੇ, ਉਹਨਾਂ ਕੰਪਨੀਆਂ ਨੇ ਮੇਨਟੇਨੈਂਸ ਤਾਂ ਕੀਤੀ ਨਹੀਂ ਸਰ। ਜਿਹੜਾ ਸਮਾਂ ਸੀ ਉਸ ਤੋਂ ਬਾਅਦ ਮੇਨਟੇਨੈਂਸ ਦਾ ਡੱਕਾ ਵੀ ਨਹੀਂ ਲਾਇਆ। ਗੱਲ ਤਾਂ ਹੈ ਕਿ ਜੇ ਤਾਂ ਮੇਨਟੇਨ ਕੀਤਾ ਹੁੰਦਾ ਗੱਲ ਸੀ। ਐਂਡ ਅਕਾਲੀ ਭਾਜਪਾ ਵੇਲੇ ਦੇ ਚੱਲੇ ਆ ਰਹੇ ਆ। ਆਪਾਂ ਭੁੱਲ ਜਾਂਦੇ ਆ ਕਿ ਜਿਹੜੀ ਇਹ ਕਹਿੰਦੇ ਨਾ ਅਕਾਲੀ ਭਾਜਪਾ ਕੇ ਸਾਡੇ ਵੇਲੇ ਸੜਕਾਂ ਬਣੀਆਂ, ਉਹ ਸੜਕਾਂ ਦਾ ਭਰਪਾਈ ਅੱਜ ਤੱਕ ਹੋ ਰਹੀ ਹੈ ਸਰ। ਜੇ ਕਾਂਗਰਸ ਤਾਂ ਪੱਚ ਲਾਉਂਦੀ ਸੀ, ਚੰਨੀ ਸਾਹਿਬ ਕਹਿੰਦੇ ਸੀ ਮਹਾਰਾਜ ਸਾਹਿਬ ਨੇ ਪੱਚ ਲਾਏ ਆ, ਤੇ ਅਕਾਲੀ ਭਾਜਪਾ ਨੇ ਜਿਹੜੀਆਂ ਸੜਕਾਂ ਬਣਾਈਆਂ ਸੀ 97 ਵੇਲੇ, ਉਹਦੀ ਭਰਪਾਈ ਅੱਜ ਤੱਕ ਕਰ ਰਹੇ ਗੌਰਵ ਜੀ। ਕਿਹਨੇ ਮੇਨਟੇਨੈਂਸ ਕੀਤੀ ਜੀ? ਪਹਿਲੀ ਗੱਲ ਇਹ ਵੀਰ ਜੀ ਨੇ ਬੜਾ ਸਹੀ ਕੰਪਨੀਆਂ ਤੋਂ ਵਸੂਲ ਹੋਣਾ ਚਾਹੀਦਾ ਨਾ ਸਰ। ਜੇ ਤੁਹਾਨੂੰ ਜਦੋਂ ਕੰਟਰੈਕਟ ਖਤਮ ਹੋਇਆ, ਸੜਕਾਂ ਦੀ ਤਾਂ ਕੰਡੀਸ਼ਨ ਬਹੁਤ ਵਧੀਆ ਚਾਹੀਦੀ ਹੈ, ਫਿਰ ਤਾਂ ਕੰਪਨੀ ਨੂੰ ਆਪਾਂ ਸਵਾਲ ਕਰੀਏ ਕਿ ਤੁਹਾਨੂੰ ਤਾਂ ਅਸੀਂ ਪੈਸੇ ਦਿੰਦੇ ਰਹੇ ਪੰਜਾਬ ਦੇ ਲੋਕ, ਤੁਸੀਂ ਸੜਕ ਨਹੀਂ ਵਧੀਆ ਰੱਖੀ। ਮੈਂ ਉਹੀ ਤਾਂ ਕਹਿ ਰਿਹਾ ਕਿ ਅਕਾਊਂਟੇਬਿਲਿਟੀ, ਇਹੀ ਤਾਂ ਮਾਨ ਸਾਹਿਬ ਕਹਿ ਰਹੇ ਕਿ ਅਕਾਊਂਟੇਬਿਲਿਟੀ ਪਲੇਸ ਕਰਾਂਗੇ ਜੀ। ਕਮਾਲ ਕਰਤੀ ਤੁਸੀਂ। ਇੰਨੇ ਸਾਲ ਤੁਸੀਂ ਐਕਸਟੈਂਸ਼ਨਾਂ ਦਈ ਤੁਰੀ ਗਏ, ਤਿੰਨੇ ਜਾਣੇ ਐਕਸਟੈਂਸ਼ਨਾਂ ਦਈ ਤੁਰੀ ਗਏ, ਕਿਸੇ ਨੇ ਧੱਕਾ ਨਹੀਂ ਦੂਰਾ ਕੀਤਾ। ਐਂਡ ਵੀਰ ਜੀ ਨੇ ਪੁਆਇੰਟ ਚੱਕਿਆ ਟ੍ਰਾਂਸਪੇਰੈਂਸੀ। ਸਰ, ਅਸੀਂ ਅਸ਼ੋਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਰੋਡ ਕੰਸਟਰਕਸ਼ਨ ਪੂਰੀ ਟ੍ਰਾਂਸਪੇਰੈਂਟ ਐਂਡ ਆਨਲਾਈਨ, ਸਾਰੇ ਡਾਕੂਮੈਂਟ, ਸਾਰਾ ਕੁਝ ਹੋਊਗਾ। ਹੁਣ ਮੈਂ ਜ਼ਰਾ ਪੋਲੀਟੀਕਲ ਜਵਾਬ ਦੇਵਾਂ। ਮੈਨੂੰ ਅਕਾਲੀ ਦੱਸਣ ਤੁਸੀਂ ਕਿੰਨੇ ਬੰਦ ਕੀਤੇ। ਇਹਨਾਂ ਨੂੰ ਚਿੰਤਾ ਜਦ ਹੀ ਪੈ ਗਈ ਕਿ ਇੰਨੇ ਟੋਲ ਨੇ, ਗੋਲਕ ਵਿੱਚ ਵੱਧ ਆ ਜਾਂਦੇ। ਸਰ, ਤੁਹਾਨੂੰ ਤੁਹਾਡੀ ਗੋਲਕ ਦੀ ਚੋਰੀ ਮੁਬਾਰਕ, ਪਲੀਜ਼, ਪਰ ਅਸੀਂ ਪੰਜਾਬ ਦੇ ਲੋਕਾਂ ਦੇ ਹੱਲਾ ਹੱਕਾਂ ਨਹੀਂ ਲਾਉਂਦੇ। ਇਹ ਗੱਲ ਸੁਣੋ ਬਾਪ ਜੀ, ਇਹ ਡੈਰੋਗੇਟਰੀ ਵਰਡ ਹੈ। ਇਹ ਤੁਸੀਂ ਇਸ ਤਰ੍ਹਾਂ ਨਹੀਂ ਬੋਲ ਸਕਦੇ। ਤੁਸੀਂ ਬੋਲੇ ਹੋ, ਤੁਸੀਂ ਬੋਲੇ ਹੋ, ਮੈਂ ਨਹੀਂ ਬੋਲਿਆ। ਨਹੀਂ, ਤੁਸੀਂ ਕਿਵੇਂ ਕਹਿੰਦੇ ਮੈਨੂੰ ਤੁਹਾਨੂੰ ਗੋਲਕ ਦੀ ਚੋਰੀ ਮੁਬਾਰਕ? ਤੁਸੀਂ ਕੌਣ ਹੈ? ਨਹੀਂ, ਤੁਸੀਂ ਕੌਣ ਹੈ ਗੱਲ ਕਹਿਣ ਵਾਲੇ? ਬਿਲਕੁਲ ਬਦਤਮੀਜ਼ੀ ਨਹੀਂ ਕਰਨੀ ਮੇਰੇ ਨਾਲ ਇੱਥੇ ਬੈਠ ਕੇ। ਗੱਲ ਸੁਣਦਾ, ਗੋਲਕ ਚੋਰੀ ਤੁਹਾਨੂੰ ਮੁਬਾਰਕ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਸਮਝੇ ਨਹੀਂ? ਚਲੋ ਠੀਕ। ਹਾਂ, ਚਲੋ ਧਾਰਨੀ ਸਾਹਿਬ, ਮੈਂ ਤੁਹਾਡੇ ਕੋਲ ਆ ਰਿਹਾ। ਮੈਂ ਧਾਰਨੀ ਸਾਹਿਬ ਤੁਹਾਡੇ ਕੋਲ ਆ ਰਿਹਾ, ਤੁਸੀਂ ਜਵਾਬ ਦਿਓ। ਠੀਕ ਹੈ, ਮੈਂ ਉਹੀ ਕਹਿ ਰਿਹਾ ਕਿ ਪਰਸਨਲ ਨਾ ਹੋਈ, ਆਪਾਂ ਰੋਜ਼ ਡਿਬੇਟ ਦੇ ਵਿੱਚ ਇਹੀ ਗੱਲ ਕਰਦੇ ਹਾਂ। ਪਰਸਨਲ ਨਾ ਹੋਈ, ਲੋਕਾਂ ਨੂੰ ਗੱਲ ਸਮਝ ਆਵੇ ਕਿ ਟੋਲ ਪਲਾਜ਼ੇ ਵਾਲੀ ਪੁਆਇੰਟ ਦੇ ਉੱਤੇ ਰਹੀਏ। ਮੈਂ ਧਾਰਨੀ ਸਾਹਿਬ ਤੁਹਾਡਾ ਜਵਾਬ ਲਵਾਂਗਾ। ਗਰੇਵਾਲ ਜੀ ਕੰਪਲੀਟ ਕਰ ਲਓ। ਮੈਂ ਗੁਰੂ ਦਾ ਸਿੱਖ ਹਾਂ ਜੀ। ਐਂਡ ਮੈਂ ਜਦੋਂ ਸੁਣਿਆ ਕਿ ਗੋਲਕ ਵਿੱਚ ਪੈ ਜਾਂਦੇ ਜੇ ਟੋਲ ਨਾ ਹੁੰਦਾ, ਨਹੀਂ, ਪੰਜਾਬੀਆਂ ਦੀ ਜੇਬ 'ਚ ਪੈ ਜਾਂਦੇ। ਗੁਰੂ ਪਾਉਂਦਾ ਸਭ ਦੀ ਜੇਬ, ਪੰਜਾਬੀਆਂ ਦੀ ਜੇਬ 'ਚ ਗੁਰੂ ਪਾਉਂਦਾ। ਆਪਾਂ ਨਹੀਂ, ਆਪਣੀ ਔਕਾਤ ਨਹੀਂ ਗੋਲਕ 'ਚ ਪਾਉਂਦੇ। ਤੁਸੀਂ ਕਿਹਾ ਗੋਲਕ ਚੋਰੀ ਤੁਹਾਨੂੰ ਮੁਬਾਰਕ, ਤੁਸੀਂ ਇਹ ਕਿਹਾ। ਰੁਕੋ ਧਾਰਨੀ ਸਾਹਿਬ, ਥੋੜਾ ਜਿਹਾ ਟਾਈਮ ਦਿਓ। ਦੋਵੇਂ ਸਕਾਈਪ ਦੇ ਜ਼ਰੀਏ ਤੁਸੀਂ ਜੁੜੇ ਹੋਏ ਹੋ, ਤਾਂ ਫਿਰ ਲੋਕਾਂ ਤੱਕ ਕਲੀਅਰ ਆਵਾਜ਼ ਨਹੀਂ ਪਹੁੰਚ ਪਾਏਗੀ। ਧਾਰਨੀ ਸਾਹਿਬ ਤੁਹਾਡੀ ਵੀ, ਅਹਿਬਾਬ ਗਰੇਵਾਲ ਜੀ ਤੁਹਾਡੀ ਵੀ, ਤਾਂ ਥੋੜਾ ਜਿਹਾ ਸਮਾਂ ਦਿਓ ਇੱਕ ਵਾਰੀ। ਅਹਿਬਾਬ ਗਰੇਵਾਲ ਜੀ ਕੰਪਲੀਟ ਕਰ ਲਓ ਤੁਸੀਂ। ਥੈਂਕ ਯੂ। ਦੂਜਾ, ਜੈਬੰਸ ਜੀ ਨੂੰ ਬਹੁਤ ਬੁਰਾ ਲੱਗ ਰਿਹਾ ਪੰਜਾਬ 'ਚ ਇਹੋ ਜਿਹੇ ਮੁੱਦੇ ਆਉਂਦੇ ਆ। ਮਨੀਪੁਰ 'ਚ ਬਟਵਾਰਾ ਹੋ ਗਿਆ ਆਬਾਦੀ ਦਾ, ਮਹਾਰਾਸ਼ਟਰ 'ਚ ਦੰਗੇ ਛਿੜ ਗਏ, ਹਰ ਮੱਕੇ 150 ਦੰਗਾ ਹੋ ਗਿਆ ਜੀ। ਅੱਜ ਤੱਕ ਕਿਤੇ ਖਬਰ ਨਹੀਂ ਆਉਣ ਦਿੱਤੀ। ਸਰ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ ਸਹੀ ਕਹਿ ਰਹੇ ਹੋ। ਪੰਜਾਬ ਦੇ ਮੁੱਦੇ ਹੋਣੇ ਚਾਹੀਦੇ। ਆਪਣੇ ਐਮਐਲਏ ਨੂੰ ਕਹੋ ਮੁੱਦੇ ਚੱਕਣ, ਆਪਣੇ ਲੋਕਾਂ ਨੂੰ ਕਹੋ ਧਰਮ ਦੀ ਰਾਜਨੀਤੀ ਨਾ ਕਰਨ, ਮੁੱਦੇ ਚੱਕੋ, ਸਾਡੇ ਨਾਲ ਮੁੱਦਿਆਂ ਤੇ ਗੱਲ ਕਰੋ। ਪਰ ਜਿਹੜੇ ਤੁਹਾਡੇ ਲੋਕ ਨੇ ਜਿਨ੍ਹਾਂ ਨੇ ਹੁਣ ਕਾਂਗਰਸੀ ਮੂਰੇ ਪ੍ਰਦਾਨ ਕਰਤੇ, ਉਹਨਾਂ ਨੂੰ ਕਹੋ ਕਿ ਸਾਡੇ ਨਾਲ ਮੁੱਦਿਆਂ ਤੇ ਗੱਲ ਕਰੋ। ਅੱਜ ਵਾਲੇ ਮੁੱਦੇ ਉੱਤੇ ਰਹੀਏ, ਅੱਜ ਵਾਲੇ ਮੁੱਦੇ ਦੇ ਉੱਤੇ ਰਹੀਏ ਨਾ, ਅੱਜ ਵਾਲੇ ਮੁੱਦੇ ਤੇ ਰਹੀਏ। ਤੁਸੀਂ ਇਹ ਦੱਸੋ, ਇੱਕ ਸੈਕਿੰਡ ਸਰ, ਤੁਸੀਂ ਇਹ ਦੱਸੋ, ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਟੋਲ ਪਲਾਜ਼ਾ ਅੱਜ ਬੰਦ ਹੋਇਆ, ਕਿ ਪਹਿਲਾਂ ਕਰਵਾਇਆ ਜਾ ਸਕਦਾ ਸੀ? ਧਾਰਨੀ ਸਾਹਿਬ, ਮੈਂ ਆ ਰਿਹਾ ਤੁਹਾਡੇ ਕੋਲ। ਇਹ ਪਹਿਲਾਂ ਬੰਦ ਕਰਵਾਇਆ ਜਾ ਸਕਦਾ ਸੀ? ਸਰ, ਟੋਟਲੀ ਅਕਾਲੀ ਭਾਜਪਾ ਦੀ ਟੈਨਿਓਰ 'ਚ ਮੇਰੀ ਗੱਲ ਸੁਣੋ, ਸੜਕਾਂ ਬਣੀਆਂ ਜਿਵੇਂ ਅਕਾਲੀ ਕਲੇਮ ਕਰਦੇ 97 ਤੋਂ 2002 'ਚ, 2002 ਤੋਂ 2023 ਤੱਕ ਇਹ ਐਕਸਟੈਂਸ਼ਨਾਂ ਹੀ ਦੇ ਗਏ। ਲੌਜੀਕਲੀ 3-4 ਸਾਲ 5 ਸਾਲ ਐਕਸਟੈਂਸ਼ਨ ਬਣਦੀ ਹੈ। ਤੁਸੀਂ ਇਹ ਸੋਚੋ ਕਿ 2002 ਤੋਂ ਲੈ ਕੇ 2000 ਫਰਜ਼ ਕਰੋ 2007 ਤੱਕ ਐਕਸਟੈਂਸ਼ਨ ਬਣਦੀ ਸੀ, ਕਹਦੇ ਨਾ ਬਣਦੀ 2010 ਤੱਕ ਬਣਦੀ ਸੀ। ਆ 13 ਸਾਲ ਤਾਂ ਫਾਲਤੂ ਦਿੱਤੀਆਂ ਨੇ, ਦੋਹਾਂ ਨੇ ਦਿੱਤੀਆਂ ਨੇ। ਤੇ ਤੁਹਾਨੂੰ ਲੱਗਦਾ ਫ੍ਰੀ ਦਿੰਦੇ ਸੀ ਐਕਸਟੈਂਸ਼ਨਾਂ? ਅਸੀਂ ਕਿਵੇਂ ਬੰਦ ਕਰਤੇ ਜੀ?
ਸਰਕਾਰ ਦੇ ਕੰਮ ਥੋੜੀ ਹੈ। ਇਹਨਾਂ ਨੇ ਐਕਸਟੈਂਸ਼ਨਾਂ ਦੇ ਕੇ ਲੁੱਟਿਆ ਪੰਜਾਬੀਆਂ ਨੂੰ। ਮਤਲਬ ਤੁਸੀਂ ਕਲੀਅਰ ਹੋ, ਤੁਹਾਨੂੰ ਲੱਗਦਾ ਹੈ ਕਿ ਸਾਬਕਾ ਸਰਕਾਰ ਦੇ ਸਮੇਂ, ਮੈਂ ਸਿੱਧਾ ਸਪੈਸੀਫਿਕ ਸਿੰਗਾਵਾਲਾ ਟੋਲ ਪਲਾਜ਼ਾ ਦਾ ਹੀ ਜ਼ਿਕਰ ਕਰਦਾ, ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਬੰਦ ਹੋ ਸਕਦਾ ਸੀ, ਐਕਸਟੈਂਸ਼ਨ ਦਿੱਤੀ ਗਈ? ਸਾਰੇ ਟੋਲ ਪਲਾਜ਼ਾ ਸੜਕਾਂ ਤਾਂ ਬਣੀਆਂ ਹੀ। ਠੀਕ ਹੈ, ਚਲੋ ਥੋੜਾ ਵੇਟ ਕਰਿਓ ਸਰ, ਮੈਂ ਤੁਹਾਡੇ ਕੋਲ ਆਉਣਾ। ਦੇਖੋ ਇੱਥੇ ਬਹੁਤ ਇੰਪੋਰਟੈਂਟ ਹੈ, ਜੇ ਕਾਂਗਰਸ ਦਾ ਨੁਮਾਇੰਦਾ ਬੈਠਾ ਹੁੰਦਾ ਤਾਂ ਅੱਜ ਜਵਾਬ ਦਿੰਦਾ, ਜੇ ਕਾਂਗਰਸ ਦੇ ਨੁਮਾਇੰਦੇ ਇੱਥੇ ਹੁੰਦੇ ਤਾਂ ਜਵਾਬ ਦਿੰਦੇ ਕਿ ਹਾਂ ਉਹਨਾਂ ਦੇ ਸਮੇਂ ਦੇ ਵਿੱਚ, ਕਿਉਂਕਿ ਮੁੱਖ ਮੰਤਰੀ ਦੇ ਵੱਲੋਂ ਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਸਮੇਂ ਐਕਸਟੈਂਸ਼ਨ ਦਿੱਤੀ ਗਈ। ਮੈਂ ਉਸ ਪੁਆਇੰਟ ਦੇ ਉੱਤੇ ਆਣਾ, ਪਰ ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਹਨ। ਧਾਰਨੀ, ਦੇਖੋ ਇਹਨਾਂ ਨੇ ਗੱਲਾਂ ਦਾ ਕੜਾ ਕਰਨਾ ਹੈ, ਮੇਰੇ ਨਾਲ ਡੈਫਾਮੇਟਰੀ ਗੱਲ ਕਰਨ ਦੀ ਲੋੜ ਨਹੀਂ ਹੈਗੀ। ਮੈਂ ਇਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਕਰਦਾ, ਵਾਰਨ ਕਰਦਾ ਹੈਗਾ। ਦੂਜੀ ਗੱਲ, ਇਹਨਾਂ ਦੇ ਅੱਜ ਭਗਵੰਤ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਹੈਗਾ ਕਿ 60 ਕਿਲੋਮੀਟਰ ਦੇ ਵਿੱਚ ਜਿਹੜੇ ਹੈਗੇ ਆ ਕੋਈ ਟੋਲ ਨਹੀਂ ਲੱਗੇਗਾ, ਉਹ ਜਿਹੜੇ ਹੈਗੇ ਆ ਇਲੀਗਲ ਹੈਗੇ ਆ। ਮੈਂ ਇਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਖਰੜ ਤੋਂ ਪਹਿਲਾਂ ਖਾਨਪੁਰ ਦੇ ਵਿੱਚ ਇੱਕ ਟੋਲ ਪਲਾਜ਼ਾ ਲੱਗਿਆ ਵਾ, ਉਸ ਤੋਂ ਬਾਅਦ ਸਮਰਾਲੇ ਜਾ ਕੇ ਲੱਗਿਆ ਵਾ। ਮੈਂ ਕਿਲੋਮੀਟਰ ਗਿਣ ਕੇ ਜਿਹੜਾ ਹੈਗਾ ਉਹ 60 ਕਿਲੋਮੀਟਰ ਨਹੀਂ ਬਣਦੇ। ਅਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਈਵਨ ਐਪਲੀਕੇਸ਼ਨ ਦਿੱਤੀ, ਰਿਟ ਫਾਈਲ ਕੀਤੀ। ਉਹ ਰਿਟ ਦੇ ਵਿੱਚ ਡਾਇਰੈਕਸ਼ਨ ਇਹ ਹੋਈ ਕਿ ਤੁਸੀਂ NHA ਕੋਲ ਜਾਓ, ਔਰ NHA ਕੋਲ ਜਾਓ। NHA ਨੇ ਕੀ ਕਰਨਾ ਹੈਗਾ ਉਹਦੇ ਵਿੱਚ। ਮੈਂ ਭਗਵੰਤ ਮਾਨ ਸਾਹਿਬ ਨੂੰ ਰਿਕੁਐਸਟ ਕਰਦਾ ਹਾਂ, ਇਹਨਾਂ ਦੇ ਰਾਹੀਂ ਰਿਕੁਐਸਟ ਕਰਦਾ ਕਿ ਜਾਓ 60 ਕਿਲੋਮੀਟਰ ਮਿਣਤੀ ਕਰਕੇ ਉਹਨਾਂ ਦੋਹਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਨਾਕਾ ਟੋਲ ਬੈਰੀਅਰ ਚੁਕਵਾ ਦਿਓ। ਨੰਬਰ 1। ਨੰਬਰ 2, ਇਹ ਗੱਲਾਂ ਕਰਦੇ ਨਾ ਸੜਕਾਂ ਬਣਨ ਦੀਆਂ। ਸ਼੍ਰੀਮਾਨ ਅਹਿਬਾਬ ਗਰੇਵਾਲ ਸਾਹਿਬ, ਮੇਰੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਮਰਿੰਡੇ ਤੋਂ, ਹਾਂਜੀ ਕੋਈ ਗੱਲ ਨਹੀਂ ਜੀ, ਅਹਿਬਾਬ ਸਿੰਘ ਗਰੇਵਾਲ ਪੂਰਾ ਬੋਲੋ ਯਾਰ। ਜਦੋਂ ਅਸੀਂ ਬਸੀ ਤੋਂ ਜਾਂਦੇ ਆ ਨਾ, ਜਦੋਂ ਬਸੀ ਪਠਾਣਾ ਤੋਂ ਜਾਂਦੇ ਆ ਨਾ ਸਰਹੰਦ ਨੂੰ, ਉਹ ਸੜਕ ਸਭਾ ਦੇ ਦਿਨਾਂ ਦੇ ਵਿੱਚ ਬਣੀ ਸੀ। ਜਾਓ ਦੇਖ ਲਓ ਜਾ ਕੇ, ਟੁੱਟੀ ਵੀ। ਉਹਦੇ ਉੱਤੇ ਮੁੜ ਕੇ ਕਿਸੇ ਨੇ ਰਿਪੇਅਰ ਕਰੀ ਹੋਵੇ, ਖੱਡੇ ਪਾਏ ਵੇ। ਮੈਂ ਦਿਖਾਉਣਾ ਹੈ, ਬਾਪ ਜੀ ਨੂੰ ਕਹੋ ਐਕਸੀਅਨ ਕੋਲ ਆ ਜਾਣ, ਮੈਂ ਨਾਲ ਲਿਆ ਕੇ ਦਿਖਾ ਕੇ ਆਉਂਗਾ। ਇਹ ਗੱਲਾਂ ਕਰਦੇ ਆ। ਸਵਾਲ ਇਹ ਹੈ, ਜੇ ਇਹ ਸੜਕ ਤੇ ਕਿਤੇ ਨਿਕਲੇ ਹੋਣ ਤਾਂ ਇਹਨਾਂ ਨੂੰ ਪਤਾ ਹੋਵੇ, ਆਪਣੇ ਪਿੰਡ ਗਏ ਨੂੰ ਕਿੰਨੀ ਦੇਰ ਹੋ ਗਈ ਭਗਵੰਤ ਮਾਨ ਸਾਹਿਬ ਨੂੰ, ਤਾਂ ਪਤਾ ਲੱਗੇ। ਔਰ ਦੂਜੀ ਗੱਲ, ਭਗਵੰਤ ਮਾਨ ਇਸ ਕਰਕੇ ਕਹਿੰਦੇ ਆ ਕਿ ਤੁਹਾਡੇ ਚੈਨਲ ਦੇ ਉੱਤੇ ਜਿਸ ਟਾਈਮ ਉਹਨਾਂ ਦੀ ਤਖਤੀ ਪਈ ਸੀ, ਜਿਹਦੇ ਉੱਤੇ ਜਿਹੜਾ ਹੈਗਾ ਜਿੱਦਣ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ, ਉਹਦੇ ਤੇ ਸ਼ਬਦ ਇੱਕੋ ਭਗਵੰਤ ਮਾਨ ਲਿਖਿਆ ਵਾ ਸੀ। ਦੂਜੀ ਗੱਲ, ਦੇਖੋ ਮੈਂ ਇਹਨਾਂ ਨੂੰ, ਸਿੱਧੂ ਸਾਹਿਬ ਨੂੰ, ਹਰਮਨ ਸਿੱਧੂ ਜੀ ਨੂੰ ਜਾਤੀ ਤੌਰ ਤੇ ਜਾਣਦਾ। ਇਹਨਾਂ ਨੇ ਬਹੁਤ ਵੱਡਾ ਸਫ਼ਰ ਕੀਤਾ ਇਸ ਸੜਕਾਂ ਦੀ ਵਜ੍ਹਾ ਕਰਕੇ। ਇਹਨਾਂ ਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਫਾਈਲ ਕੀਤਾ, ਕੇਸ ਫਾਈਲ ਕੀਤਾ, ਜਿਸ ਦੇ ਵਿੱਚ ਡਾਇਰੈਕਸ਼ਨ ਹੋਈ ਕਿ ਕਿਸੇ ਵੀ ਰੋਡ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੇ ਉੱਤੇ ਨਹੀਂ ਖੁੱਲਣਾ ਚਾਹੀਦਾ। ਕਿ ਹਾਂ, ਇਹਨਾਂ ਨੂੰ ਪੁੱਛੋ ਵੀ ਕਿੰਨੇ ਸ਼ਰਾਬ ਦੇ ਠੇਕੇ ਖੁੱਲੇ ਪਏ ਆ। IVY ਦੇ ਸਾਹਮਣੇ ਸ਼ਰਾਬ ਦਾ ਠੇਕਾ ਖੁੱਲਿਆ ਵਾ ਮੋਹਾਲੀ ਜਿਹੜਾ ਹੈਗਾ ਉਹਦੇ ਵਿੱਚ। ਸੋ ਇਹ ਜਿਹੜਾ ਹੈਗਾ, ਇਹਨਾਂ ਨੂੰ ਡਰਾਮੇ ਦਿਖਾਵਿਆਂ ਤੋਂ ਬਿਨਾਂ ਕੁਝ ਨਹੀਂ ਦਿਖਦਾ ਹੈਗਾ। ਉਹ ਡਰਾਮਾ ਔਰ ਦਿਖਾਵਾ ਹੀ ਇਹ ਕਰਦੇ ਹੈਗੇ ਆ, ਔਰ ਕਰ ਰਹੇ ਹੈਗੇ ਆ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਝੂਠ ਤੋਂ ਬਿਨਾਂ ਇਹਨਾਂ ਦੀ ਦੁਕਾਨ ਨਹੀਂ ਚੱਲਦੀ। ਮੈਂ ਕਹਿੰਦਾ ਇੱਕ ਜਵਾਬ ਲਓ ਸਰ, ਇੱਕ ਵਾਰੀ ਜਵਾਬ ਲਓ। ਤੁਹਾਡੀ ਗੱਲ ਆ ਗਈ, ਜਵਾਬ ਲਓ। ਜਵਾਬ ਆਵੇ ਨਾ ਕੋਈ। ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਨਾ। ਤਾਰਨੀ ਸਾਹਿਬ, ਤੁਸੀਂ ਜਿਸ ਰੋਡ ਦਾ ਵੀ ਜ਼ਿਕਰ ਕੀਤਾ ਫਤਿਹਗੜ੍ਹ ਸਾਹਿਬ ਵਾਲੀ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸੜਕ ਬਣੀ ਕਰੀਬ 6-8 ਮਹੀਨੇ ਪਹਿਲਾਂ, ਉਸ ਦੀ ਕੁਆਲਿਟੀ ਨਹੀਂ ਸੀ। ਤੁਸੀਂ ਇਹੀ ਕਹਿ ਰਹੇ ਹੋ। ਬੇਸਿਕਲੀ ਪੁਆਇੰਟ ਇਹ ਹੈ ਕਿ ਜੇਕਰ 6 ਮਹੀਨੇ ਸੜਕ ਟੁੱਟੀ ਹੈ ਤਾਂ ਫਿਰ ਟੋਲ ਪਲਾਜ਼ੇ ਵਾਲੀ ਸੜਕ ਦੀ ਸੰਭਾਲ ਕੌਣ ਕਰੇਗਾ? ਅਹਿਬਾਬ ਗਰੇਵਾਲ ਜੀ, ਛੋਟਾ ਜਿਹਾ ਜਵਾਬ ਦੇ ਦਿਓ। ਮੈਂ ਜੈਪਾਲ ਜੀ ਦਾ ਰੁਖ ਕਰਦਾ ਉਸ ਤੋਂ ਬਾਅਦ। ਅਹਿਬਾਬ ਗਰੇਵਾਲ ਜੀ, ਸਭ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਧੰਨਵਾਦ ਸਰ। ਤੁਸੀਂ ਠੇਕੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਨੇ ਤੁਹਾਨੂੰ ਸਰਕਮਵੈਂਟ ਕੀਤਾ। ਦੋਵਾਂ ਨੇ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਦੂਜਾ ਸਰ, ਇੱਕ ਸੜਕ ਟੁੱਟ ਗਈ, ਠੀਕ ਹੈ, ਥੈਂਕ ਯੂ ਸੋ ਮਚ, ਤੁਸੀਂ ਨੋਟਿਸ ਲਿਆਂਦੀ ਹੈ। ਉਹਦੇ ਤੇ ਇਨਕੁਆਇਰੀ ਕੱਲ ਸਵੇਰੇ ਹੋਊਗੀ, ਤੁਹਾਨੂੰ ਪਤਾ ਲੱਗ ਜਾਊਗਾ। ਐਂਡ ਮੈਂ ਬੇਨਤੀ ਕਰੂੰਗਾ ਅਕਾਲੀ, ਭਾਜਪਾ, ਸਾਰੇ ਮੀਡੀਆ ਵਾਲਿਆਂ ਨੂੰ, ਜਿੱਥੇ ਕੋਈ ਕੋਤਾਹੀ ਨਜ਼ਰ ਆਉਂਦੀ ਹੈ ਦਿਖਾਓ, ਪਲੀਜ਼ ਦਿਖਾਓ। ਜਿਹੜੀਆਂ ਟੋਲ ਵਾਲੀਆਂ ਸਰਕਾਰ ਸਰ, ਉਹਨਾਂ ਦੀ ਤਾਂ ਪਿਛਲੇ 10-10, 15-15 ਸਾਲਾਂ ਤੋਂ ਰਿਪੇਅਰ ਹੋਈ ਨਹੀਂ। ਜਦੋਂ ਹੋਈ ਨਹੀਂ, ਲੋਕਾਂ ਤੋਂ ਪੈਸੇ ਕਾਹਦੇ ਲੈ ਰਹੇ ਸੀ? ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਰਿਪੇਅਰਾਂ ਦਾ ਕੀਤੀ ਹੈਗੀ, ਸਰਕਾਰ ਅੱਜ ਕੈਂਸਲ ਕਿਸ ਤੱਤ ਤੇ ਕਰਦੀ ਹੈ? ਸਰਕਾਰ ਇਸ ਤੱਤ ਤੇ ਕੈਂਸਲ ਕਰ ਰਹੀ ਹੈ ਕਿ ਤੁਹਾਨੂੰ ਇੱਕ ਚੀਜ਼ ਕਹੀਏ, ਤੁਹਾਨੂੰ ਇੱਕ ਐਕਸਟੈਂਸ਼ਨ, ਦੂਜੀ, ਤੀਜੀ, ਇੰਨੀਆਂ ਐਕਸਟੈਂਸ਼ਨਾਂ ਦਿੱਤੀਆਂ ਗਈਆਂ ਕਿ ਅਸੀਂ ਰਿਪੇਅਰ ਦੇਖ ਰਹੇ ਹਾਂ। ਰਿਪੇਅਰ ਤੁਸੀਂ ਕੀਤੀ ਨਹੀਂ। ਚੰਡੀਗੜ੍ਹ ਤੋਂ ਆਉਂਦੇ ਆ ਸਰ, ਮੇਰੀ ਗੱਲ ਸੁਣੋ, ਤੁਸੀਂ ਉਹ ਵੱਡਾ ਹਾਈਵੇ ਛੱਡੋ, ਸੱਜੇ ਖੱਬੇ ਜਿੱਥੇ ਵੀ ਟੋਲ ਲੱਗੇ ਨੇ ਦੇਖ ਲਓ,
ਕਿਤੇ ਪੱਚ ਵੀ ਲੱਗਿਆ ਹੋਵੇ। ਚੰਨੀ ਸਾਹਿਬ ਕਹਿੰਦੇ ਸੀ ਮਹਾਰਾਜ ਸਾਹਿਬ ਨੇ ਪੱਚ ਲਵਾਏ ਸੀ, ਇਹ ਤਾਂ ਪੱਚ ਵੀ ਨਹੀਂ ਲਵਾ ਪਾਏ, ਇਹ ਤਾਂ ਸ਼ਰੇਆਮ ਲੁੱਟ ਹੋ ਰਹੀ ਸੀ। ਤਿੰਨੇ ਇਨਵੋਲਵਡ ਸੀ, ਲੋਕਾਂ ਨੂੰ ਹੋਰ ਪਾਸੇ ਲਾਇਆ ਸੀ। ਹੁਣ ਜਦੋਂ ਅਸੀਂ ਗੱਲ ਕਰਨ ਲੱਗ ਗਏ, ਹੁਣ ਇਹਨਾਂ ਨੂੰ ਹਰ ਚੀਜ਼ ਮਾੜੀ ਲੱਗਣ ਲੱਗ ਗਈ। ਠੀਕ ਹੈ, ਜੈਬਾਨ ਜੀ ਦਾ ਜਵਾਬ ਲੈਣਾ, ਮੈਂ ਆਉਂਗਾ ਧਾਰਨੀ ਸਾਹਿਬ, ਜੈਬਾਨ ਜੀ ਦਾ ਇੱਕ ਜਵਾਬ ਲੈਣੇ। ਜੈਬਾਨ ਜੀ ਦੇਖੋ ਗੱਲ ਇੱਥੇ ਇਹ ਹੋ ਰਹੀ ਹੈ ਕਿ ਟੋਲ ਪਲਾਜ਼ੇ ਜਿਹੜੇ ਚੱਲ ਰਹੇ ਸੀ ਉਹ ਤੁਹਾਡੇ ਉੱਤੇ ਯਾਨੀ ਬੀਜੇਪੀ ਤੇ ਡਾਇਰੈਕਟਲੀ ਐਲੀਗੇਸ਼ਨਸ ਲਗਾ ਰਹੇ ਹਨ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਚੱਲਦੇ ਰਹੇ। ਟੋਲ ਪਲਾਜ਼ੇ ਵਾਲਿਆਂ ਨੇ ਸੜਕਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ, ਬਸ ਲੋਕਾਂ ਦੀ ਜੇਬਾਂ ਦੇ ਵਿੱਚੋਂ ਪੈਸੇ ਕਢਵਾਏ ਨੇ ਤੇ ਅਸੀਂ ਉਹੀ ਨਹੀਂ ਹੋਣ ਦੇਣਾ। ਨਹੀਂ, ਇਹ ਤੇ ਗੌਰਵ ਜੀ ਇਹ ਸਾਡੇ ਉੱਤੇ ਕਿੱਦਾਂ ਲਗਾ ਰਹੇ ਨੇ? ਅਸੀਂ ਤੇ ਨੈਸ਼ਨਲ ਟੋਲ ਪਲਾਜ਼ਿਆਂ ਦੀ ਗੱਲ ਕਰਨੇ ਆ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਨਹੀਂ, ਬੀਜੇਪੀ ਉਹ ਸਰਕਾਰ ਦੇ ਬਾਅਦ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ। ਅੱਜ ਤੁਹਾਡੇ ਕੋਲ ਇੱਥੇ ਬੈਠੇ ਨਹੀਂ ਹੈ ਕਾਂਗਰਸ ਦਾ ਕੋਈ ਜਵਾਬ ਦੇਣ ਵਾਸਤੇ। ਯੂ ਕੈਨ ਨਾਟ ਟਾਕ ਆਫ ਰੋਡਸ ਵਿਚ ਵਰ 5 ਇਅਰਸ 올ਡ ਤੇ ਤੁਸੀਂ ਕਹੋ ਕਿ 5 ਸਾਲ ਪਹਿਲੇ ਤੇ ਗਰੇਵਾਲ ਸਾਹਿਬ ਨੂੰ ਪਤਾ ਵੀ ਨਹੀਂ ਸੀਗਾ ਕਿ ਕਿਹੜੇ ਪਾਸੇ ਕਿਹੜੀਆਂ ਸੜਕਾਂ ਜਾ ਰਹੀਆਂ ਨੇ, ਕਿ ਉਹ ਪੋਲਿਟਿਕਸ ਵੀ ਹੈਗੇ ਨੇ ਕਿ ਨਹੀਂ। ਇਹ ਜਿਹੜੀਆਂ ਇਹ ਸਵੀਪਿੰਗ ਜਿਹੜੀਆਂ ਗੱਲਾਂ ਕਰਦੇ ਨੇ ਨਾ ਆਮ ਆਦਮੀ ਪਾਰਟੀ ਵਾਲੇ, ਇਹ ਠੀਕ ਨਹੀਂ ਹੁੰਦੀਆਂ। ਮੈਂ ਇਸੇ ਸਵੀਪਿੰਗ ਗੱਲ ਦੇ ਉੱਤੇ ਆ ਜਾਣਾ। ਬਾਬ ਜੀ ਬਹੁਤ ਅੱਛੀ ਡਿਬੇਟ ਕਰਦੇ ਨੇ, ਹੀ ਇਜ਼ ਆਲਵੇਜ਼ ਵੈਲ ਪ੍ਰੀਪੇਅਰਡ, ਪਰ ਅੱਜ ਉਹਨਾਂ ਦੀ ਡਿਬੇਟ ਦਾ ਲੈਵਲ ਦੇਖੋ। ਪਹਿਲੇ ਉਹ ਪਿੱਛੇ ਪੈ ਗਏ ਕਿ ਉੱਥੇ ਚੋਰੀ ਕਰਦੇ ਹੋ ਤੁਸੀਂ, ਇਹ ਕੋਈ ਗੱਲ ਕਹਿਣ ਵਾਲੀ ਨਹੀਂ ਹੈ। ਅਗਰ ਉਹ ਚੋਰੀ ਕਰਦੇ ਨੇ ਤੁਸੀਂ ਪ੍ਰੂਵ ਕਰੋ, ਕੋਰਟ ਦੇ ਵਿੱਚ ਜਾਓ, ਉਹਦੇ ਬਾਅਦ ਗੱਲ ਕਰੋ। ਨਹੀਂ, ਮੈਂ ਜੈਵਾਨ ਜੀ ਮੈਂ ਇੱਕ ਸਵਾਲ, ਲੋਕਾਂ ਦਾ ਸਵਾਲ ਹੈ, ਉਹ ਜਾਣਨਾ ਚਾਹੁੰਦੇ ਹੋਣਗੇ ਇਹ 15-16 ਮਹੀਨਿਆਂ ਦੇ ਵਿੱਚ 10 ਟੋਲ ਬੰਦ ਹੋਣੇ ਇਹ ਮਹਿਜ਼ ਇੱਕ ਇਤਫਾਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਸਾਰੇ ਟੋਲਸ ਦੀ ਮਿਆਦ ਖਤਮ ਹੋਈ, ਕਿ ਕਿਸਮਤ ਚੰਗੀ ਸੀ ਸਾਰੇ ਟੋਲ ਪਲਾਜ਼ੇ ਬੰਦ ਹੋਏ ਇਹਨਾਂ ਦੀ ਸਰਕਾਰ ਦੇ ਸਮੇਂ ਹੀ? ਇਹ ਮਹਿਜ਼ ਇੱਕ ਇਤਫਾਕ ਹੈ। ਅਸੀਂ ਤੇ ਕਹਿ ਰਹੇ ਬਹੁਤ ਚੰਗਾ, ਅਸੀਂ ਤੇ ਕਹਿ ਰਹੇ ਬਹੁਤ ਚੰਗਾ ਕੀਤਾ ਇਹਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ, ਪਰ ਉਹਦੇ ਬਾਅਦ ਜਿਹੜਾ ਦੂਸਰਾ ਇਹਨਾਂ ਨੇ ਕਿਹਾ ਮਨੀਪੁਰ, ਗਰੇਵਾਲ ਸਾਹਿਬ ਵੀ ਆਰ ਟਾਕਿੰਗ ਅਬਾਊਟ ਪੰਜਾਬ ਓਵਰ ਹੇਅਰ, ਇਹ ਲੋਕਲ ਚੈਨਲ ਹੈ, ਅਸੀਂ ਰੀਜਨਲ ਗੱਲਾਂ ਕਰ ਰਹੇ ਹਾਂ, ਮਨੀਪੁਰ ਦੀ ਗੱਲ ਕਰਨੀ ਹੈ, ਤੁਸੀਂ ਅਲੱਗ ਡਿਬੇਟ ਦੇ ਵਿੱਚ ਆ ਜਾਓ। ਡੂ ਨਾਟ ਵੇਸਟ ਟਾਈਮ ਇਨ ਦਿਸ ਪਲੇਸ। ਫਿਰ ਇਹ ਕਹਿੰਦੇ ਕਿ ਮੁੱਦੇ ਦੀ ਗੱਲ ਨਹੀਂ ਕਰਦੇ। ਮੈਂ ਪੁਆਇੰਟ ਤੇ ਰਵਾਂਗਾ ਪਲੀਜ਼। ਹਾਂ, ਸਮਾਂ ਨਾ ਖਰਾਬ ਹੋਵੇ, ਤੁਸੀਂ ਕਲੀਅਰ ਕਰ ਲਓ, ਮੈਂ ਇੱਕ ਵਾਰੀ ਜਵਾਬ ਲਵਾਂਗਾ ਉਹਨਾਂ ਤੋਂ। ਜੈਬਾਨ ਜੀ ਕੰਪਲੀਟ ਕਰ ਲਓ ਪਲੀਜ਼। ਹਾਂ, ਤੇ ਹੁਣ ਤੀਸਰੀ ਗੱਲ ਆਉਂਦੀ ਹੈ ਕਿ ਸਿੱਧੂ ਸਾਹਿਬ ਨੇ ਤੇ ਮੈਂ ਦੋਵਾਂ ਨੇ ਗੱਲ ਕੀਤੀ ਸੀ ਮੇਨਟੇਨੈਂਸ ਦੀ ਤੇ ਇਹਦੀ, ਉਹਦੇ ਉੱਤੇ ਤੇ ਇੱਕ ਵੀ ਇਹਨਾਂ ਨੇ ਆਕੜਾ ਨਹੀਂ ਦਿੱਤਾ। ਸਾਨੂੰ ਕਹਿੰਦੇ ਨੇ ਕਿ ਤੁਸੀਂ ਮੁੱਦੇ ਤੇ ਰਹੋ, ਅਸੀਂ ਇਹਨਾਂ ਨੂੰ ਕਹਿ ਰਹੇ ਮੁੱਦੇ ਤੇ ਰਹੋ। ਸਾਨੂੰ ਦੱਸੋ ਤੁਹਾਡੇ ਮੇਨਟੇਨੈਂਸ ਫੰਡਸ ਕਿੱਥੋਂ ਆਣਗੇ? ਜਿਹੜੇ ਤੁਸੀਂ 8 ਬੰਦ ਕੀਤੇ ਨੇ, ਉਹਦੇ ਟਰਾਮਾ ਸੈਂਟਰ ਤੁਸੀਂ ਖੋਲ ਰਹੇ ਹੋ, ਕਿੱਥੇ ਚਲਾ ਰਹੇ ਹੋ? ਤੁਹਾਡੇ ਨਵਾਂ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਕਿਹੜਾ ਹੈ? ਤੇ ਕਿਹੜੀ ਆਰਗੇਨਾਈਜੇਸ਼ਨ ਨੂੰ ਤੁਸੀਂ ਇਹ ਸਾਰੀ ਰਿਸਪੌਂਸਿਬਿਲਿਟੀ ਦਿੱਤੀ ਹੈ? ਜਿਹੜੇ ਤੁਸੀਂ ਟੋਲ ਪਲਾਜ਼ੇ ਬੰਦ ਕੀਤੇ ਨੇ ਉਹਨੂੰ ਸੰਭਾਲਣ ਵਾਸਤੇ ਉਹਦੀ ਨੋਟੀਫਿਕੇਸ਼ਨ ਕਿੱਥੇ ਹੈ? ਠੀਕ ਹੈ, ਟੈਲ ਹਿਮ ਟੂ ਗਿਵ ਥੀਸ ਆਨਸਰਸ। ਮੈਂ ਤੁਹਾਨੂੰ ਬਥੇਰਾ ਕੁਝ ਪੁੱਛ ਲਿਆ ਹੈ ਤੇ ਲਾਸਟ ਪੁਆਇੰਟ ਮੇਰਾ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਬਾਬ ਗਰੇਵਾਲ ਬੁਲਾਉਂਦੇ ਹੋ ਇਹ ਕੁਝ ਨਹੀਂ ਕਹਿੰਦੇ, ਪਰ ਧਰਨੀ ਸਾਹਿਬ ਕਹਿੰਦੇ ਨੇ ਤੇ ਕਹਿ ਦਿੰਦੇ ਨੇ ਬਾਬ ਸਿੰਘ ਗਰੇਵਾਲ। ਤੇ ਹੁਣ ਡਿਸਾਈਡ ਕਰ ਲੈ ਵੈਦਰ ਹੀ ਇਜ਼ ਅ ਬਾਬ ਸਿੰਘ ਗਰੇਵਾਲ ਔਰ ਹੀ ਇਜ਼ ਅ ਬਾਬ ਗਰੇਵਾਲ। ਗਰੇਵਾਲ ਸਾਹਿਬ ਯੂਜ਼ ਨਾ ਕਰਨ ਨੈਸੈਸਰਲੀ। ਗਰੇਵਾਲ ਜਦੋਂ ਤੁਸੀਂ ਪਹਿਲੀ ਗੱਲ ਬਾਬ ਗਰੇਵਾਲ, ਨਹੀਂ ਮੈਂ ਵੀ ਅਗਲੀ ਵਾਰ ਧਿਆਨ ਰੱਖੂੰਗਾ ਸਰ, ਕੋਈ ਦਿੱਕਤ ਨਹੀਂ ਹੈ। ਜਿਨ੍ਹਾਂ ਦਾ ਜੋ ਨਾਮ ਹੈ, ਦੇਖੋ ਮੈਨੂੰ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਇੰਟਰੋਡਿਊਸ ਕਰਵਾਉਣਾ ਮੈਂ ਹਰਬਾਬ ਸਿੰਘ ਗਰੇਵਾਲ ਜੀ ਬੋਲ ਦੂੰਗਾ, ਕੋਈ ਪ੍ਰੋਬਲਮ ਨਹੀਂ। ਉਹਨਾਂ ਦਾ ਨਾਮ ਹੈ, ਮੇਰਾ ਨਾਮ ਗੌਰਵ ਸ਼ੁਕਲਾ, ਮੈਨੂੰ ਗੌਰਵ ਸ਼ੁਕਲਾ ਬੁਲਾ ਦਿੰਦੇ, ਗੌਰਵ ਕੋ ਸ਼ੁਕਲਾ ਕੋ, ਕੋਈ ਪ੍ਰੋਬਲਮ ਨਹੀਂ। ਚਲੋ ਆਪਾਂ ਡਿਬੇਟ ਨਾ ਉਲਝ ਜਾਈਏ, ਹੋਰ ਪਾਸੇ ਨਾ ਚਲੇ ਜਾਈਏ ਪਲੀਜ਼। ਜਦੋਂ ਤੁਸੀਂ ਬੋਲਿਆ ਉਦੋਂ ਬਾਬ ਜੀ ਨੇ ਕੰਟੈਸਟ ਨਹੀਂ ਕੀਤਾ। ਠੀਕ ਹੈ, ਤੁਹਾਡਾ ਪੁਆਇੰਟ ਹੈ, ਤੁਹਾਡਾ ਪੁਆਇੰਟ ਹੈ, ਕੰਟੈਸਟ ਕੀਤਾ। ਠੀਕ ਹੈ, ਤੁਹਾਡਾ ਪੁਆਇੰਟ ਹੈ ਗਰੇਵਾਲ ਸਾਹਿਬ, ਹਾਂ ਠੀਕ ਹੈ ਗਰੇਵਾਲ ਸਾਹਿਬ। ਚਲੋ ਮੈਂ ਤਾਂ ਨਹੀਂ ਕੀਤਾ ਕਿਉਂਕਿ ਗੌਰਵ ਜੀ ਵੀ ਮੰਨਦੇ ਆ ਕਿ ਮੈਂ ਗੁਰੂ ਦਾ ਸਿੱਖ ਹਾਂ। ਧਾਰਨੀ ਸਾਹਿਬ ਨੇ ਤਾਂ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਮੈਂ ਸਿੱਖ ਨਹੀਂ। ਚਲੋ ਇਹਨਾਂ ਦੀ ਪਾਰਟੀ ਨੇ, ਧਾਰਨੀ ਸਾਹਿਬ ਨੇ ਨਹੀਂ, ਇਹਨਾਂ ਦੀ ਪਾਰਟੀ ਨੇ ਲਿਖ ਕੇ ਦਿੱਤਾ ਕਿ ਮੈਂ ਸਿੱਖ ਨਹੀਂ, ਤਾਂ ਮੈਂ ਇਹਨਾਂ ਤੋਂ ਕਹਾਇਆ ਸੀ। ਸਰ ਇਹੀ ਫਰਕ ਹੈ, ਪਹਿਲੀ ਗੱਲ। ਦੂਜੀ ਗੱਲ ਸਰ, ਮਹਾਰਾਸ਼ਟਰ ਦੀ ਮਨੀਪੁਰ ਦੀ ਗੱਲ ਮੈਂ ਤਾਂ ਕੀਤੀ ਕਿਉਂਕਿ ਤੁਸੀਂ ਕਿਹਾ ਅਸਲੀ ਮੁੱਦਿਆਂ ਦੀ ਗੱਲ ਨਹੀਂ ਹੁੰਦੀ। ਅਸਲੀ ਮੁੱਦਿਆਂ ਦੀ ਗੱਲ ਹੋ ਰਹੀ ਹੈ। ਸਪੈਸੀਫਿਕ ਕੁਐਸਚਨ ਸਰ, ਸਪੈਸੀਫਿਕ ਕੁਐਸਚਨ। ਅਕਾਲੀ ਭਾਜਪਾ ਸਰਕਾਰ ਵੇਲੇ 1997 ਤੋਂ 2002 ਤੱਕ ਜਿਹੜੀਆਂ ਵੀ ਸੜਕਾਂ ਸੁਪੋਜ਼ਿਡਲੀ ਬਣੀਆਂ ਉਹਨਾਂ ਤੇ ਟੋਲ ਲੱਗੇ, ਉਹਨਾਂ ਦੀ ਮਿਆਦ 5 ਸਾਲ ਸੀ, ਉਹ 2023 ਤੱਕ ਚੱਲ ਰਹੇ ਸੀ। ਇਹਦੇ ਵਿੱਚ ਕਾਂਗਰਸ ਵੀ ਤੇ ਤੁਸੀਂ ਤਿੰਨੇ ਇਨਵੋਲਵਡ ਸੀ। ਸਪੈਸੀਫਿਕ ਐਲੀਗੇਸ਼ਨ। ਨਾਓ ਮੈਂ ਕਿਸੇ ਤਰੀਕੇ ਨਾਲ ਇਹ ਨਹੀਂ ਐਕਸੈਪਟ ਕਰਦਾ। ਤੁਸੀਂ ਪ੍ਰੋਗਰਾਮ ਦੇਖ ਲਿਓ, ਕਿਹਨੇ ਗੋਲਕ ਦੀ ਗੱਲ ਪਹਿਲਾਂ ਕੀਤੀ? ਮੈਂ ਨਹੀਂ ਕੀਤੀ। ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਕੋਈ ਚਿੰਤਾ ਨਹੀਂ। ਮੈਂ ਕੌਣ ਹੁੰਨਾ ਜੀ? ਮੈਂ ਤਾਂ ਗੁਰੂ ਦੀ ਗੋਲਕ ਮੈਨੂੰ ਦਿੰਦੀ ਹੈ, ਮੈਨੂੰ ਗੁਰੂ ਨੇ ਦਿੱਤੀ ਹੈ ਜੀ। ਮੈਂ ਕੌਣ ਹੁੰਨਾ? ਮੇਰੀ ਕੋਈ ਔਕਾਤ ਨਹੀਂ। ਕਿਹਨੇ ਕੀਤੀ? ਪ੍ਰੋਗਰਾਮ ਦੇਖ ਲਿਓ। ਤੀਜੀ ਗੱਲ, ਜਿਹੜੀ ਸੜਕਾਂ ਨੇ, ਇਹ ਸੜਕਾਂ ਦੀਆਂ ਮੇਨਟੇਨੈਂਸ
ਇਹਨਾਂ ਸੜਕਾਂ ਦੀ ਮੇਨਟੇਨੈਂਸ, ਇਹਨਾਂ ਦਾ ਰੱਖ ਰਖਾਵ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਜਿਹਨੂੰ ਜੋ ਜਾਣਕਾਰੀ ਚਾਹੀਦੀ ਹੈ ਪਲੀਜ਼ ਆਰਟੀਆਈ ਗਰੇਵਾਲ ਸਾਹਿਬ ਤੁਹਾਡੀ ਗੱਲ ਸਮਝ ਆ ਰਹੀ ਹੈ, ਪਰ ਦੇਖੋ ਇੱਕ ਐਗਜ਼ਾਮਪਲ ਜੋ ਧਾਰਨੀ ਸਾਹਿਬ ਨੇ ਦਿੱਤਾ ਸੀ, ਇੱਥੇ ਜ਼ਰੂਰੀ ਹੈ ਉਸ ਨੂੰ ਇੱਥੇ ਦੁਬਾਰਾ ਟੀਜ਼ ਕਰਨਾ ਕਿ ਤੁਸੀਂ ਟੋਲ ਪਲਾਜ਼ਾ ਵਾਲੀ ਸੜਕ ਦਾ ਜ਼ਿਕਰ ਕਰ ਰਹੇ ਹੋ ਕਿ ਹਾਂ ਉਸ ਸੜਕ ਦਾ ਅਸੀਂ ਪੂਰਾ ਖਿਆਲ ਰੱਖਾਂਗੇ, ਟੋਲ ਵਾਲੀ ਕੰਪਨੀ ਚਲੀ ਗਈ, ਪਰ ਉਹ ਸੜਕਾਂ ਦਾ ਜ਼ਿਕਰ ਹੋ ਰਿਹਾ ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਹੈ ਜਾਂ ਖਰਾਬ ਹੈ। ਆਫ ਕੋਰਸ ਉਹ ਆਲਰੇਡੀ ਸਰਕਾਰ ਦੇ ਕੋਲ ਹੈ ਨਾ, ਉਹ ਤਾਂ ਆਲਰੇਡੀ ਸਰਕਾਰ ਦੇ ਕੋਲ ਸੀ। ਸਰ ਬਿਲਕੁਲ ਗੌਰਵ ਜੀ, ਅਸੀਂ ਇਹਨਾਂ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਆਰਗੇਨਾਈਜੇਸ਼ਨ ਦੱਸੋ ਜਿਹੜੀ ਉਹਨਾਂ ਨੂੰ ਸੜਕਾਂ ਨੂੰ ਖਿਆਲ ਰੱਖ ਰਹੀ ਹੈ। ਠੀਕ ਹੈ, ਮੈਂ ਸਿੱਧੂ ਸਾਹਿਬ ਦਾ ਰੁਕ ਕਰਨਾ ਪਲੀਜ਼, ਐਬਾਬ ਗਰੇਵਾਲ ਜੀ ਕੰਪਲੀਟ ਕਰ ਲਓ ਇੱਕ ਵਾਰੀ। ਸਰ ਉਹਨੂੰ ਸਟੇਟ ਪੀਡਬਲਯੂਡੀ ਕਹਿੰਦੇ ਆ ਸਰ, ਬੀਆਰਓ ਨਹੀਂ ਹੁੰਦੀ, ਫੌਜ ਨਹੀਂ ਹੈਗੀ ਇਹ ਸਟੇਟ ਗਵਰਨਮੈਂਟ ਆ, ਸਾਰੇ ਇੰਡੀਆ ਦੀ ਪੀਡਬਲਯੂਡੀ ਕਰਦੀ ਹੈ। ਪਹਿਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਆਰਗੇਨਾਈਜੇਸ਼ਨ ਪੁੱਛ ਰਹੇ ਹੋ, ਇੱਕ ਪਬਲਿਕ ਵਰਕਸ ਡਿਪਾਰਟਮੈਂਟ ਹੁੰਦਾ ਸਰ, ਮੈਂ ਤੁਹਾਨੂੰ ਆਰਗੇਨਾਈਜੇਸ਼ਨ, ਮੈਂ ਤੁਹਾਨੂੰ ਡਿਪਾਰਟਮੈਂਟ ਦਾ ਨਾਮ ਦੱਸ ਰਿਹਾ। ਪਹਿਲੀ ਗੱਲ। ਦੂਜੀ ਗੱਲ, ਪੰਜਾਬ ਦੇ ਵਿੱਚ ਪ੍ਰੋਬਲਮ ਕੀ ਸੀ? ਇੱਕ ਪਿੰਡ ਦੀ ਫਿਰਨੀ ਦੇ 4 ਪਾਸੇ ਆ ਗੌਰਵ ਜੀ, ਇੱਕ ਪਾਸਾ ਲੱਖ ਰੁਪਏ ਦਾ, ਦੂਜਾ 2 ਲੱਖ ਦਾ, ਤੀਜਾ 3 ਲੱਖ ਦਾ, ਚੌਥਾ 4 ਲੱਖ ਦਾ। ਇੰਨੀ ਡਿਸਕ੍ਰਿਪੈਂਸੀ ਸੀ, ਚੋਰੀ ਸੀ 400% ਦੀ ਇੱਕ ਪਿੰਡ ਦੀ ਫਿਰਨੀ ਚ। ਸਟੇਟ ਹਾਈਵੇ ਤੇ ਉਹਨਾਂ ਨੇ ਬੱਟ ਕੱਢਤੇ। ਅਸੀਂ ਯੂਨੀਫਾਰਮਿਟੀ ਲਿਆ ਰਹੇ ਹਾਂ, ਅਸੀਂ ਯੂਨੀਫਾਰਮਿਟੀ ਲਿਆ ਕੇ ਪੀਡਬਲਯੂਡੀ ਦੇ ਵਿੱਚ ਵੀ ਆਰ ਮੇਕਿੰਗ ਸ਼ੋਰ ਕਿ ਮੈਂ ਅਗਲੇ ਸਵਾਲ ਦੇ ਨਾਲ ਗਰੇਵਾਲ ਸਾਹਿਬ ਅਗਲੇ ਸਵਾਲ ਦੇ ਨਾਲ ਤੁਹਾਨੂੰ ਵਾਪਸ ਆ ਰਹੇ ਹਾਂ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ, ਮੈਂ ਅਗਲੇ ਸਵਾਲ ਦੇ ਨਾਲ ਵਾਪਸ ਆਉਂਗਾ। ਪ੍ਰਗਟ ਸਿੰਘ ਦਾ ਇੱਕ ਟਵੀਟ ਹੈ ਉਸ ਦੇ ਉੱਤੇ ਹੈ, ਪਰ ਪਹਿਲਾਂ ਮੈਂ ਸਿੱਧੂ ਸਾਹਿਬ ਦਾ ਰੁਕ ਕਰਦਾ। ਸਿੱਧੂ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਆਪਾਂ ਫੋਕਸ ਕਰੀਏ ਟੋਲ ਪਲਾਜ਼ਾ ਦੇ 25-30 ਰੁਪਏ ਦੇ ਉੱਤੇ ਨਹੀਂ, ਬਲਕਿ ਉਸ ਰੋਡ ਦੇ ਉੱਤੇ ਜੋ ਟੋਲ ਦੀ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਹੈ। ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪਰਚੀਆਂ ਵਾਲੀ ਗੱਲ ਵਾਇਰਲ ਹੋ ਰਹੀ ਹੈ ਕਿ ਜਿਹੜੀ ਟੋਲ ਦੀ ਪਰਚੀ ਹੈ ਉਸ ਨੂੰ ਸੰਭਾਲ ਕੇ ਰੱਖੋ, ਐਟਲੀਸਟ ਉਸ ਰੋਡ ਦੇ ਉੱਤੇ ਜਾਂਦੇ ਹੋਏ। ਪਰ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਸਾਨੂੰ ਵਧੀਆ ਸੜਕ ਦੇ ਲਈ ਬਸ ਇੱਕੋ ਬਦਲ ਹੈ ਸਾਡੇ ਕੋਲ ਕਿ ਅਸੀਂ ਟੋਲ ਭਰਦੇ ਰਹੀਏ ਜ਼ਿੰਦਗੀ ਭਰ, ਜਾਂ ਟੋਲ ਬੰਦ ਕਰਕੇ ਕੋਈ ਹੋਰ ਆਪਸ਼ਨ ਵੀ ਬਚਦੀ ਹੈ? ਤੁਸੀਂ ਬਹੁਤ ਨੇੜੇ ਤੋਂ ਇਸ ਪੂਰੇ ਰੋਡਸ ਨੂੰ ਜਾਂ ਰੋਡਸ ਦੇ ਮਾਮਲਿਆਂ ਨੂੰ ਦੇਖਿਆ, ਇਸ ਕਰਕੇ ਇਹ ਸਵਾਲ ਤੁਹਾਨੂੰ। ਜੀ ਇੱਕ ਜਿਹੜਾ ਪੁਆਇੰਟ ਮੈਂ ਇਸ ਤੋਂ ਪਹਿਲਾਂ ਰੇਜ਼ ਕਰਨਾ ਚਾਹਾਂਗਾ ਕਿ ਸਾਡੇ ਲਈ ਜਿਹੜੀ ਆਮ ਪਬਲਿਕ ਹੈ ਉਹਦੇ ਲਈ ਇਹ ਨਹੀਂ ਕਿ ਕਿਹੜੀ ਪੋਲੀਟੀਕਲ ਪਾਰਟੀ ਦੀ ਸਰਕਾਰ ਹੈ, ਸਾਡੇ ਲਈ ਤਾਂ ਪੰਜਾਬ ਸਰਕਾਰ ਹੈ ਜਾਂ ਦੇਸ਼ ਦੀ ਸਰਕਾਰ ਹੈ। ਸੋ ਉਹਦੇ ਨਾਲ ਗੱਲ ਸਿੰਪਲ ਕਲੀਅਰ ਹੋ ਜਾਂਦੀ ਹੈ। ਦੂਜਾ ਪੁਆਇੰਟ ਇਹ ਹੈ ਕਿ ਜਿਹੜਾ ਟੋਲ ਦੀ ਪਰਚੀ ਹੈਗੀ ਹੈ, ਯੈਸ, ਉਹ ਜਿਹੜਾ ਜੀ ਸਭ ਤੋਂ ਆਸਾਨ ਹੈ, ਜਿਹੜਾ ਇੱਕ ਆਮ ਆਦਮੀ ਰੋਡ ਤੇ ਜਾ ਰਿਹਾ ਉਹ ਤੋਂ ਪਰਚੀ ਕਟਾਉਣੀ, ਉਹ ਤੋਂ ਟੋਲ ਲੈਣਾ। ਇਹਦੇ ਨਾਲ ਜਿਹੜੀ ਇੱਕ ਹੋਰ ਅਹਿਮ ਫੀਸ ਹੁੰਦੀ ਹੈ ਉਹ ਹੁੰਦੀ ਹੈ ਜੇ ਸੜਕ ਦੇ ਖੱਬੇ ਸੱਜੇ ਕੋਈ ਵੀ ਜੇ ਕੋਈ ਬਿਜ਼ਨਸ ਆਪਰੇਟ ਹੋਣਾ ਉਹਦੀ ਪਰਮਿਸ਼ਨ ਲੈਣੀ ਹੁੰਦੀ ਹੈ ਤੇ ਪਰਮਿਸ਼ਨ ਦੀ ਫੀਸ ਹੁੰਦੀ ਹੈ, ਚਾਹੇ ਉਹ ਨੈਸ਼ਨਲ ਹਾਈਵੇ ਹੈ ਚਾਹੇ ਉਹ ਸਟੇਟ ਹਾਈਵੇ ਹੈਗਾ। ਸੋ ਜਿਹੜੀ ਉਹ ਫੀਸ ਹੈਗੀ ਹੈ, ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਵੀ ਬਹੁਤ ਤਕਰੀਬਨ 80% ਅਦਾਰੇ ਇਦਾਂ ਦੇ ਆ ਜਿਹੜੇ ਉਹ ਫੀਸ ਦਿੱਤੇ ਬਿਨਾਂ ਚੱਲ ਰਹੇ ਹੁੰਦੇ ਆ, ਚਾਹੇ ਉਹ ਨੈਸ਼ਨਲ ਹਾਈਵੇ ਨੇ ਚਾਹੇ ਉਹ ਸਟੇਟ ਹਾਈਵੇ ਆ। ਸੋ ਜੇ ਉਹਨਾਂ ਤੋਂ ਵੀ ਉਨੀ ਹੀ ਟਰਾਂਸਪੇਰੈਂਸੀ ਦੇ ਨਾਲ ਫੀਸ ਲਿੱਤੀ ਜਾਵੇ, ਜੇ ਮੇਰੀ ਹੁਣ ਗੱਡੀ ਜਾ ਰਹੀ ਹੈ ਤੇ ਮੇਰੇ ਕੋਲ 25 ਰੁਪਏ ਨਹੀਂ ਆ ਦੇਣ ਨੂੰ, ਤਾਂ ਮੇਰੀ ਗੱਡੀ ਅੱਗੇ ਲੰਘ ਨਹੀਂ ਸਕਦੀ ਉੱਥੋਂ। ਬਟ ਉਹ ਬਿਜ਼ਨੈਸ ਜਿਨ੍ਹਾਂ ਨੇ 4-4, 5-5 ਲੱਖ ਰੁਪਏ ਫੀਸ ਦੇਣੀ ਹੁੰਦੀ ਹੈ ਇੱਕ ਵਾਰੀ ਆਪਣਾ ਐਕਸੈਸ ਪਰਮਿਸ਼ਨ ਲੈਣ ਦੀ, ਉਹ ਫੀਸ ਨਹੀਂ ਪੇ ਕਰਦੇ ਬਟ ਉਹ ਉੱਥੇ ਆਪਰੇਟ ਕਰਦੇ ਰਹਿੰਦੇ ਆ। ਸੋ ਜੇ ਇਹ ਚੀਜ਼ ਨੂੰ ਆਪਾਂ ਉਨਾ ਹੀ ਸੀਰੀਅਸਲੀ ਉਹਨਾਂ ਤੋਂ ਪੈਸੇ ਚਾਰਜ ਕਰੀਏ ਤਾਂ ਆਪਾਂ ਇਹ ਜਿਹੜੀ ਸਰਵਿਸ ਹੈ ਬੈਟਰ ਪ੍ਰੋਵਾਈਡ ਕਰ ਸਕਦੇ ਹਾਂ ਤੇ ਟੋਲ ਦਾ ਅਮਾਊਂਟ ਡੈਫੀਨੇਟਲੀ ਉਹਦੇ ਨਾਲ ਜਿਹੜਾ ਪਬਲਿਕ ਤੇ ਲੋਡ ਹੈ ਉਹ ਵੀ ਘਟ ਸਕਦਾ, ਕੁਆਲਿਟੀ ਵੀ ਇੰਪਰੂਵ ਹੋਏਗੀ, ਲੋਕਾਂ ਦੀ ਸੇਫਟੀ ਵੀ ਇੰਪਰੂਵ ਹੋਏਗੀ ਤੇ ਰੇਟ ਵੀ ਘਟੇਗਾ। ਇਹ ਤਿੰਨੋਂ ਚੀਜ਼ਾਂ ਹੋਣਗੀਆਂ। ਤੇ ਇੱਕ ਹੋਰ ਜਿਹੜਾ ਅਹਿਮ ਪੁਆਇੰਟ ਹੈ ਜਿਹੜਾ 60 ਕਿਲੋਮੀਟਰ ਵਾਲਾ ਹੈਗਾ, ਇਹ ਡੈਫੀਨੇਟਲੀ ਪੰਜਾਬ ਦੇ ਵਿੱਚ ਆਪਾਂ ਹਲੇ ਪੁਰਾਣੇ ਟੋਲ ਦਾ ਆਪਾਂ ਨੂੰ ਹਲੇ ਸੇਕ ਲਾ ਕੇ ਹਟਿਆ ਹੁੰਦਾ ਤੇ ਅਗਲਾ ਆ ਜਾਂਦਾ। ਜੇ ਆਪਾਂ ਜ਼ੀਰਕਪੁਰ ਤੋਂ ਪਟਿਆਲਾ ਹੀ ਲਾ ਲਈਏ, ਇਹ ਤਕਰੀਬਨ 50-55 ਕਿਲੋਮੀਟਰ ਪੈਂਦਾ ਤੇ ਇਹਦੇ ਵਿੱਚ 2 ਟੋਲ ਨੇ ਜਿਹੜੇ ਕਿ ਨਹੀਂ ਹੋ ਸਕਦੇ ਐਸ ਪਰ ਦੀ ਐਕਟ। ਸੋ ਚਾਹੇ ਉਹ ਸਟੇਟ ਹਾਈਵੇ ਹੈ ਚਾਹੇ ਨੈਸ਼ਨਲ ਹਾਈਵੇ, ਜਿਹੜੀ ਚੀਜ਼ ਹੈਗੀ ਹੈ ਇਹਨੂੰ ਸਟੇਟ ਲੈਵਲ ਤੇ ਸੈਂਟਰ ਲੈਵਲ ਤੇ ਸੀਰੀਅਸਲੀ, ਸਿੰਸੀਅਰਲੀ ਤੇ ਟਾਈਮ ਬਾਉਂਡ ਤਰੀਕੇ ਨਾਲ ਦੇਖਣਾ ਚਾਹੀਦਾ ਤਾਂ ਕਿ ਇਹ ਮਸਲਿਆਂ ਤੇ ਬਣਦਾ ਐਕਸ਼ਨ ਲਿੱਤਾ ਜਾਵੇ। ਠੀਕ ਹੈ, ਤੁਸੀਂ ਬਹੁਤ ਇੰਟਰਸਟਿੰਗ ਹੈ ਕਿ ਜਿਹੜੀਆਂ ਫੀਸਿਸ ਆਲਰੇਡੀ ਉਹ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਦੇ ਉੱਤੇ ਲਈਆਂ ਜਾਂਦੀਆਂ ਨੇ, ਉਹਨਾਂ ਦੇ ਜ਼ਰੀਏ ਜਾਂ ਉਹ ਫੀਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜ਼ਰੂਰ ਜਿਹੜੇ ਟੋਲ ਪਲਾਜ਼ੇ ਦੀਆਂ ਫੀਸਾਂ ਨੇ ਉਸ ਨੂੰ ਖਤਮ ਜਾਂ ਘੱਟ ਕੀਤਾ ਜਾ ਸਕਦਾ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ। ਪਰ ਇਹ ਵੀ ਲੱਗ ਰਿਹਾ ਕਿ ਸ਼ਾਇਦ ਟੋਲ ਕੰਪਨੀਆਂ ਨੇ ਪਹਿਲਾਂ ਹੀ ਪੂਰਾ ਕੈਲਕੂਲੇਟ ਕਰਕੇ ਇਹ ਪੂਰੀਆਂ ਫੀਸ ਵਾਲਾ ਸਟਰਕਚਰ ਵੀ ਦਿਮਾਗ ਦੇ ਵਿੱਚ ਰੱਖਿਆ ਹੋਏਗਾ। ਮੈਂ ਅਗਲੇ ਪੁਆਇੰਟ ਤੇ ਆਉਣਾ, ਧਾਰਨੀ ਸਾਹਿਬ ਉਸ ਤੋਂ ਪਹਿਲਾਂ ਕੁਝ ਕਹਿਣਾ ਚਾਹ ਰਹੇ ਨੇ। ਧਾਰਨੀ ਸਾਹਿਬ।
ਦੇਖੋ ਇਹ ਸਿੱਧੂ ਸਾਹਿਬ ਦੀ ਬਿਲਕੁਲ ਗੱਲ ਸਹੀ ਹੈਗੀ ਆ। ਸਿੱਧੂ ਸਾਹਿਬ ਨੇ ਤਾਂ ਬੜਾ ਵਾਸਟ ਉਹਦੇ ਵਿੱਚ ਕਿਹਾ, ਉਹਨਾਂ ਲੰਬੇ ਦੇ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਰੋਡ ਸਾਈਡ ਦੇ ਉੱਤੇ ਕਿੰਨੇ ਜਿਹੜੇ ਹੈਗੇ ਮੈਕਡੋਨਲਡ, KFC ਇਹ ਉਹ ਖੁੱਲੇ ਵੇ ਹੈਗੇ ਆ, ਉਹਨਾਂ ਤੋਂ ਇਲਾਵਾ ਛੱਡ ਦਿਓ ਉਹਨਾਂ ਨੂੰ। ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਆਪਣੇ ਕੈਮਰੇ ਵਾਲੇ ਨੂੰ ਭੇਜੋ ਔਰ ਉਸ ਕੈਮਰੇ ਵਾਲੇ ਨੂੰ ਕਹੋ ਕਿ ਜਾਵੇ ਉਹ ਜਿਹੜਾ ਖਾਨਪੁਰ ਖਰੜ ਦੇ ਵਿੱਚ ਉਹ ਲੱਗਿਆ ਵਾ ਹੈਗਾ, ਉੱਥੇ ਦੇਖੇ ਅੰਬਾਂ ਦੀਆਂ ਰੇੜੀਆਂ ਉਹਨਾਂ ਨੇ ਕਿੰਨੀਆਂ ਖੜਾਈਆਂ ਵੀਆਂ, ਪੈਸੇ ਲੰਨੇ ਆ ਉਹਨਾਂ ਤੋਂ, ਉਹਨਾਂ ਨੇ ਕਿੰਨੇ ਜਿਹੜੇ ਹੈਗੇ ਆ ਬਾਕੀ ਲੋਕ ਉੱਥੇ ਖੜੇ ਕਰੇ ਵੇ ਆ ਜਿਨ੍ਹਾਂ ਤੋਂ ਉਹ ਜਿਹੜਾ ਹੈਗਾ ਰੈਂਟ ਲੈਂਦੇ ਹੈਗੇ ਆ। ਸੋ ਆਪ ਚੋਰੀਆਂ ਡਾਕੇ ਮਾਰ ਰਹੇ ਹੈਗੇ ਆ, ਜਿਹੜੇ ਫਾਸਟ ਟੈਗ ਵੇਚਣ ਵਾਲੇ ਹੈਗੇ ਆ ਉਹ ਉੱਥੇ ਜਿਹੜੇ ਹੈਗੇ ਆਪਣੇ ਸਟਾਲ ਲਾਈ ਖੜੇ ਹੈਗੇ ਆ, ਉਹਨਾਂ ਤੋਂ ਇਹ ਪੈਸੇ ਲੈਂਦੇ ਹੈਗੇ ਆ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਨਾ, ਜੇ ਟ੍ਰਾਂਸਪੇਰੈਂਸੀ ਵਾਲੀ ਕੰਪਨੀ ਇੱਕ ਤਰੀਕੇ ਨਾਲ ਕੰਪਨੀ ਵਸੂਲ ਕਰ ਰਹੀ ਹੈ ਨਾ ਪੈਸੇ। ਬਿਲਕੁਲ ਦੂਜੀ ਗੱਲ ਇਹਨਾਂ ਨੇ ਬਾਰ-ਬਾਰ ਗੱਲਾਂ ਕਰਦੇ ਹੈਗੇ ਆ ਕਿ ਆਹ ਹੋ ਗਿਆ ਜੀ, ਆਹ ਹੋ ਗਿਆ। ਮੈਂ ਕਹਿਣਾ ਜੀ ਬਹੁਤ ਗਲਤੀਆਂ ਹੋਈਆਂ ਵੀਆਂ, ਮੰਨ ਲੀਆਂ ਤੁਹਾਡੀ ਗੱਲ। ਮੈਂ ਕਹਿਣਾ ਵੀ ਉਹਦੇ ਤੇ ਡਰਾਮਾ ਕਰਨ ਦੀ ਕੀ ਲੋੜ ਹੈ? ਮੈਨੂੰ ਇਹ ਦੱਸਣ ਕਿ 17,60,000 ਰੁਪਏ ਦੀ ਫੀਸ ਉਹਦਾ ਕਿਹਾ ਗਿਆ, 55 ਲੱਖ ਰੁਪਇਆ ਦੱਸਿਆ ਗਿਆ, ਉਹ ਫੀਸ ਤਾਂ ਜਿਹੜੀ ਹੈਗੀ ਆ ਦੇਣ ਵਾਸਤੇ ਵਸੂਲੀ ਕੀਤੀ ਜਾ ਰਹੀ ਹੈ। ਮੈਨੂੰ ਅੱਜ ਦਾ ਅਹਿਬਾਬ ਜੀ ਦੱਸਣ ਕਿ ਅੱਜ ਦਾ ਖਰਚਾ ਕਿੰਨਾ ਹੈਗਾ ਇਹਨਾਂ ਦਾ, ਦੱਸਣ। ਠੀਕ ਹੈ, ਚਲੋ ਮੈਂ ਜਵਾਬ ਲੈਣਾ। ਮੈਂ ਅਹਿਬਾਬ ਜੀ ਦੇ ਕੋਲੋਂ ਸਵਾਲ ਵੀ ਲੈ ਕੇ ਜਾਵਾਂ। ਅਹਿਬਾਬ ਜੀ, ਖਰਚੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੋ ਰਹੇ ਨੇ, ਪਰ ਇਸ ਵਿਚਾਲੇ ਇੱਕ ਹੋਰ ਸਵਾਲ ਜਿਹੜੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ, ਖਾਸ ਤੌਰ ਤੇ ਪਟਿਆਲਾ, ਪਾਤੜਾਂ, ਸਮਾਣਾ ਵਾਲੇ ਜਿਨ੍ਹਾਂ ਦਾ ਟੋਲ ਹੁਣ ਵੀ ਚੱਲ ਰਿਹਾ ਹੈ। ਜੋ ਪ੍ਰਗਟ ਸਿੰਘ ਨੇ ਇੱਕ ਟਵੀਟ ਵੀ ਕੀਤਾ, ਜਿਹੜੇ ਵਿਧਾਇਕ ਨੇ ਕਾਂਗਰਸ ਦੇ, ਉਹ ਕਹਿੰਦੇ ਕਿ 23 ਅਕਤੂਬਰ 2022 ਨੂੰ ਉਸ ਟੋਲ ਦੀ ਮਿਆਦ ਮੁੱਕ ਚੱਲੀ ਸੀ, 476 ਦਿਨ ਦੀ ਐਕਸਟੈਂਸ਼ਨ ਦਿੱਤੀ ਗਈ। ਤੁਸੀਂ ਐਕਸਟੈਂਸ਼ਨ ਤੇ ਬਹੁਤ ਸਵਾਲ ਚੁੱਕਦੇ ਹੋ, ਉੱਥੇ ਐਕਸਟੈਂਸ਼ਨ ਵਾਲੀ ਕਿਰਪਾ ਕਿਉਂ ਹੋ ਗਈ? ਮੈਂ ਪਹਿਲਾਂ ਦੋ ਗੱਲਾਂ। ਸਭ ਤੋਂ ਪਹਿਲਾਂ ਅੱਜ ਮੈਂ ਧੰਨਵਾਦ ਕਰੂੰਗਾ ਸਿੱਧੂ ਸਾਹਿਬ ਦਾ, ਜਿਨ੍ਹਾਂ ਨੇ ਇੰਨੇ ਇੰਪੋਰਟੈਂਟ ਪੁਆਇੰਟਸ ਰੱਖਿਆ। ਸਰ, ਪਹਿਲੀ ਗੱਲ, ਜਿੱਥੇ ਵੀ ਇਹ ਡਿਸਕ੍ਰਿਪੈਂਸੀ ਹੈਗੀ 60 ਕਿਲੋਮੀਟਰ ਵਾਲੀ, ਆਈ ਅਸ਼ੋਰ ਯੂ ਰਿਮੂਵ ਹੋਊਗੀ। ਦੂਜੀ ਗੱਲ, ਜਿਹੜੀ ਤੁਸੀਂ ਫੀਸ ਦੀ ਗੱਲ ਕੀਤੀ ਕਿ 80% ਬਿਨਾ ਇਲੀਗਲੀ ਬਦਲ ਦਿੱਤੇ ਗਏ, 80% ਢਾਬੇ, ਮੈਕਡੋਨਲਡ, ਰੇੜੀਆਂ ਵਾਲੇ ਤਾਂ ਬਹੁਤ ਚੁੱਭਦੇ ਨੇ, ਚਲੋ ਕੋਈ ਗੱਲ ਨਹੀਂ, ਪਰ ਢਾਬੇ, ਮੈਕਡੋਨਲਡ ਜੋ ਕੁਝ ਬਣਿਆ, 80% ਜਿਹੜੇ ਮਾਲ ਬਣੇ ਆ ਹਾਈਵੇਆਂ ਨਾਲ, ਉਹ ਇਲੀਗਲ ਬਿਨਾ ਫੀਸ ਤੇ ਬਣੇ ਆ। ਐਂਡ ਸਰ, ਉਹ ਰਿਕਵਰੀ ਹੋਊਗੀ। ਥੈਂਕ ਯੂ ਫॉर ਬ੍ਰਿੰਗਿੰਗ ਅਪ ਦੈਟ ਪੁਆਇੰਟ। ਸੈਕੰਡਲੀ, ਪ੍ਰਗਟ ਸਿੰਘ ਜੀ ਦੀ ਜਿਹੜੀ ਗੱਲ ਹੈ ਸਰ, ਜਿਹੜੀ 476 ਦਿਨ ਦੀ ਉਹਨੂੰ ਇੱਕ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ, ਜਦੋਂ ਪੰਜਾਬ ਗਵਰਨਮੈਂਟ ਦਾ ਰੂਲ ਹੈ ਕਿ ਕੋਈ ਵੀ ਜਾਇਜ਼ ਨਹੀਂ ਹੈ ਉਹਨੂੰ ਐਕਸਟੈਂਸ਼ਨ ਨਹੀਂ ਮਿਲੂਗੀ। ਹਾਂ, there are always exceptions to the rule ਕਿ ਇੱਕ ਥਾਂ ਤੇ ਵਾਕਈ ਕੰਪਨੀ ਦਾ ਕੋਈ ਨੁਕਸਾਨ ਹੋਇਆ ਹੋਣਾ, ਵਾਕਈ ਕੋਈ ਖਰਚਾ ਹੋਇਆ ਹੋਣਾ ਤੇ ਜੈਨੂਇਨ ਇਹ ਤਰਕ ਉਹ ਵੀ ਦੇ ਸਕਦੇ ਨੇ ਨਾ, ਕਾਂਗਰਸੀ ਵੀ ਇਹ ਤਰਕ ਦੇ ਸਕਦੇ ਨੇ ਕਿ ਸਾਡੀ ਸਰਕਾਰ ਦੇ ਸਮੇਂ ਸਾਨੂੰ ਲੱਗਿਆ ਕਿ ਜੈਨੂਇਨ ਹੈ, ਅਸੀਂ ਇਸ ਕਰਕੇ ਐਕਸਟੈਂਸ਼ਨ ਦੇ ਦਿੱਤੀ, ਜਿਹੜੇ ਤੁਸੀਂ ਐਲੀਗੇਸ਼ਨਸ ਲਗਾ ਰਹੇ ਹੋ। ਤੇ ਕਾਂਗਰਸ ਦੀ ਨਾ ਗੱਲ ਕੀ ਹੈ ਕਿ ਪਹਿਲਾਂ ਅਕਾਲੀ ਭਾਜਪਾ ਆਏ, ਫਿਰ ਉਦੋਂ ਬਾਅਦ ਕਾਂਗਰਸ ਦੀ ਵੇਲੇ ਖਤਮ ਹੋ ਗਈ, ਫਿਰ ਅਕਾਲੀ ਭਾਜਪਾ ਆਏ, ਫਿਰ ਕਾਂਗਰਸ, ਫਿਰ ਅਕਾਲੀ ਭਾਜਪਾ ਆਏ। ਗੱਲ ਕੀ ਹੈ ਕਿ ਸਰ ਗੌਰਵ ਜੀ 15 ਸਾਲ ਲੰਘਾਤੇ, ਪਹਿਲੇ 10 ਚ ਨਿਬੜ ਜਾਣਾ ਚਾਹੀਦਾ ਸੀ। ਗੱਲ ਤਰਕ ਤਾਂ ਹੈ ਕਿ 15 ਸਾਲ ਲੰਘਾਤੇ ਇਹਨਾਂ ਨੇ, ਹੁਣ ਕਿਵੇਂ ਰਿਕਾਰਡ ਕਿਵੇਂ ਟੁੱਟ ਰਹੇ ਆ ਜੀ, ਇਹਨੇ ਟੋਲ ਕਿਵੇਂ ਬੰਦ ਹੋ ਰਿਹਾ, ਇਹਨਾਂ ਦੇ ਸਮੇਂ ਚ ਕਿਉਂ ਨਹੀਂ ਹੋਏ ਗੌਰਵ? ਗੱਲ ਤਾਂ ਇਹਨਾਂ ਦੇ ਸਮੇਂ ਚ ਕਿਉਂ ਨਹੀਂ? ਜੇ ਹੁੰਦੇ ਜੇ ਇਹਨਾਂ ਦੇ ਸਮੇਂ ਚ ਇਹਨਾਂ ਨੇ ਐਕਚੁਅਲੀ ਡਿਊ ਡਿਲੀਜੈਂਸ ਨਾਲ ਕੰਮ ਕੀਤਾ ਹੁੰਦਾ ਤਾਂ ਟੋਲ ਵੀ ਬੰਦ ਹੁੰਦੇ। ਇਹਨਾਂ ਦੀ ਰੋਡ ਕੰਸਟਰਕਸ਼ਨ ਦੇ ਵਿੱਚ ਇੱਕ ਪਿੰਡ ਚ 400% ਦਾ ਫਰਕ ਹੈ ਸਰ, 400% ਦਾ ਵਾਧਾ ਘੱਟ ਹੈ ਇੱਕ ਪਿੰਡ ਦੀ ਫਿਰਨੀ ਦਾ। ਤੁਸੀਂ ਦੱਸੋ ਕਿਹੜੇ ਲੈਵਲ ਤੇ ਠੱਗੀਆਂ ਵੱਜ ਰਹੀਆਂ ਸੀਗੀਆਂ, ਐਂਡ ਲੋਕਾਂ ਦੀਆਂ ਜੇਬਾਂ ਵੀ ਕੱਟ ਰਹੇ ਸੀਗੇ। ਤੇ ਜੇ ਅੱਜ ਅਸੀਂ ਕੁਝ ਕਰਦੇ, ਖਰਚਾ ਮੁੱਖ ਮੰਤਰੀ ਸਟੇਟ ਦੇ ਕਿਤੇ ਵੀ ਜਾਂਦੇ, ਧਾਰਨੀ ਸਾਹਿਬ ਖਰਚਾ ਹੁੰਦਾ, ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ, ਡਿਪਟੀ ਥੋੜੇ ਤਾਂ ਮੈਂ ਬਾਦਲ ਪਰਿਵਾਰ ਚ 8 ਬੰਦੇ ਸੀ ਮੰਤਰੀ ਜੀ, ਉਹਨਾਂ ਦਾ ਖਰਚਾ ਕਿੰਨਾ ਹੁੰਦਾ ਸੀ? ਗੱਲਾਂ ਕਰੀ ਜਾਂਦੇ ਹੋ, ਇੱਕ ਮੁੱਖ ਮੰਤਰੀ ਧਾਰਨੀ ਸਾਹਿਬ ਜਵਾਬ ਦੇਣਗੇ। ਇੱਕ ਮੇਰਾ ਇੱਕ ਹੋਰ ਛੋਟੀ ਜਿਹੀ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਟੋਲ ਪਲਾਜ਼ੇ 10 ਬੰਦ ਕਰਵਾ ਦਿੱਤੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਇਹ ਟੋਲ ਪਲਾਜ਼ੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਬੰਦ ਹੋ ਸਕਦੇ ਸੀ? ਇਹਨਾਂ ਦੇ ਵਿੱਚੋਂ 1 2 3 4 ਕੋਈ ਵੀ ਟੋਲ ਪਲਾਜ਼ਾ? ਸਰ, ਸਾਰੇ ਹੋ ਸਕਦੇ ਸੀ ਅਕਾਲੀ ਭਾਜਪਾ ਵੇਲੇ, ਫਿਰ ਇਹ ਪੁਆਇੰਟ ਹੈ। ਮੈਂ ਛੋਟਾ ਜਿਹਾ ਜਵਾਬ ਲੈ ਲਵਾਂ ਇੱਕ ਵਾਰੀ। ਜੈਬਾਨ ਜੀ ਜਿਹੜਾ ਤੁਸੀਂ ਕਹਿ ਰਹੇ ਸੀ ਕਿ 5 ਸਾਲ ਪਹਿਲਾਂ ਵਾਲੀ ਗੱਲ ਨਾ ਕਰੋ, ਕਾਂਗਰਸ ਦੀ ਸਰਕਾਰ ਰਹੀ ਹੈ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਤੁਹਾਡੀ ਸਰਕਾਰ ਦੇ ਹੀ ਸਮੇਂ ਬੰਦ ਹੋ ਜਾਣੇ ਚਾਹੀਦੇ ਸੀ। ਅਸੀਂ ਕੋਈ ਰੋਡ ਦੇ ਮਿਨਿਸਟਰ ਥੋੜਾ ਨਾ ਹੈਗੇ ਸੀ ਕਿ ਵੀ ਵਰ ਜੂਨੀਅਰ ਪਾਰਟਨਰ, ਉਹਨਾਂ ਕੋਲੋਂ ਲੋ ਜਵਾਬ ਆਪਣੇ ਕਰਨੀ ਸਾਹਿਬ ਕੋਲੋਂ।
ਬੀਜੇਪੀ ਕੋਲ ਸੀ ਸਰ, ਪੀਡਬਲਿਊਡੀ ਮਿਨਿਸਟਰ ਬੀਜੇਪੀ ਸੀਗੇ, ਬੀਜੇਪੀ ਦੇ ਸੀਗੇ, ਪੀਡਬਲਿਊਡੀ ਮਿਨਿਸਟਰ ਬੀਜੇਪੀ ਕੋਲ ਸੀ ਕਿ ਹੁਣ ਤੱਕ ਅਬਾਬ ਜੀ ਨੇ ਇਸ ਵੇਲੇ ਦੀ ਮੌਜੂਦਾ ਜਿਹੜੀ ਪ੍ਰੋਬਲਮ ਹੈਗੀ ਹੈ ਪੂਰੀ ਡਿਬੇਟ ਕਰ ਦਿੱਤੀ, ਉਹਦੇ ਵਿੱਚ ਇੱਕ ਵੀ ਚੀਜ਼ ਦਾ ਜਵਾਬ ਨਹੀਂ ਦਿੱਤਾ। ਇਹ ਕਹਿਤਾ ਅਸੀਂ ਕਰਾਂਗੇ, ਅਸੀਂ ਕਰ ਰਹੇ ਹਾਂ, ਇਹ ਹੋਣ ਵਾਲਾ ਹੈ। ਕਿਸੇ ਵੀ ਚੀਜ਼ ਦੇ ਵਿੱਚ ਇਹ ਤੁਹਾਡੇ ਦਰਸ਼ਕਾਂ ਨੂੰ ਸੈਟੀਸਫਾਈ ਨਹੀਂ ਕਰ ਸਕੇ ਕਿ ਸਾਡੀਆਂ ਰੋਡ ਸੇਫ ਹੋਣਗੀਆਂ, ਸਾਡੇ ਵਾਸਤੇ ਐਕਸੀਡੈਂਟ ਪ੍ਰੂਫ ਹੋਣਗੀਆਂ, ਸਾਡੇ ਕੋਲ ਹੈਲਪਲਾਈਨਸ ਹੋਣਗੀਆਂ, ਸਾਡੀ ਪੀਡਬਲਿਊਡੀ ਨੂੰ ਅਸੀਂ ਕਿੰਨੇ ਪੈਸੇ ਦਿੱਤੇ ਨੇ, ਇੱਕ ਵੀ ਚੀਜ਼ ਦਾ ਇਹ ਜਵਾਬ ਨਹੀਂ ਦੇ ਸਕੇ। ਤੇ ਅਸੀਂ ਤੇ ਇੱਥੋਂ ਦੀ ਬਹੁਤ ਡਰੇ ਹੋਏ ਜਾ ਰਹੇ ਹਾਂ ਕਿ ਟੋਲ ਪਲਾਜ਼ਾ ਵੀ ਹੈ ਨਹੀਂ, ਹੈਲਪਲਾਈਨ ਵੀ ਹੈ ਨਹੀਂ, ਪੈਸੇ ਵੀ ਹੈ ਨਹੀਂ, ਤੇ ਰੋਡ ਦਾ ਹਾਲ ਕੀ ਹੋਏਗਾ ਪੰਜਾਬ ਦੇ ਵਿੱਚ। ਜੋ ਪਿਛਲਾ ਹੋ ਗਿਆ ਉਹ ਹੋ ਗਿਆ, ਉਹਦੇ ਬਾਰੇ ਕੁਝ ਅਗਰ ਇਹਨਾਂ ਨੂੰ ਜ਼ਿਆਦਾ ਹੀ ਪ੍ਰੋਬਲਮ ਹੈ ਤੇ ਕੇਸ ਕਰਨ ਤੇ ਅੰਦਰ ਪਾਣਾ ਹੈ। ਚਲੋ ਸਮਾਂ ਬਹੁਤ ਘੱਟ ਹੈ, ਮੈਂ ਜਵਾਬ ਲੈਣਾ ਹੈ। ਬਾਬ ਜੀ ਥੋੜਾ ਜਿਹਾ ਵੇਟ ਕਰਿਓ ਇੱਕ ਵਾਰੀ, ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਹਨ। ਧਾਰਨੀ ਸਾਹਿਬ ਤੁਸੀਂ ਕਨਕਲੂਡ ਕਰ ਸਕਦੇ ਹੋ ਆਪਣੀ ਗੱਲ। ਦੇਖੋ ਮੈਂ ਤਾਂ ਕਹਿਣਾ ਹੈ ਕਿ ਜਿਹੜੇ ਪਬਲਿਕ ਹੈਗੀ ਆ ਨਾ, ਪਬਲਿਕ ਦੀ ਵੈਲਫੇਅਰ ਦੇ ਲਈ ਜਿਹੜੇ ਵੀ ਕੰਮ ਹੋ ਸਕਦੇ ਆ ਜ਼ਰੂਰ ਕਰਨੇ ਚਾਹੀਦੇ ਆ। ਉਹਦੇ ਲਈ ਪਿਕ ਐਂਡ ਚੂਜ਼ ਨਹੀਂ ਕਰਨਾ ਚਾਹੀਦਾ, ਨਿਰੀ ਡਰਾਮੇਬਾਜ਼ੀ ਨਹੀਂ ਕਰਨੀ ਚਾਹੀਦੀ, ਸਿਰਫ ਮੀਡੀਆ ਹਾਈਪ ਨਹੀਂ ਲੈਣੀ ਚਾਹੀਦੀ, ਔਰ ਨਾ ਕਿ ਲੋਕਾਂ ਦੀਆਂ ਹੱਥਾਂ ਦੇ ਵਿੱਚ ਆਪਣੀਆਂ ਕੱਛਾਂ ਦੇ ਵਿੱਚ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੇ ਡਰਾਮੇ ਕਰ ਰਹੇ ਹੋਗੇ ਆ ਉਹਦੀ ਥਾਂ ਦੇ ਉੱਤੇ ਕੰਮ ਕੀਤੇ ਜਾਣ। ਮੈਨੂੰ ਇੱਕ ਗੱਲ ਦੱਸ ਦੇਣ ਕਿ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਚੀਜ਼ ਦੱਸ ਦਿਓ। ਗੌਰਵ ਜੀ, ਆਪਣਾ ਤੁਸੀਂ ਬਸੀ ਪਠਾਣਾ ਆਉਂਦੇ ਰਹਿੰਦੇ ਆ ਜੀ, ਥਾਣੇ ਤੋਂ ਲੈ ਕੇ ਬਾਜ਼ਾਰ ਦਾ ਐਂਟਰ ਹੋਣ ਤੱਕ 16 ਬੋਰਡ ਲੱਗੇ ਹੋਏ ਆ ਯੋਗਾ ਦੇ, 16 ਬੋਰਡ। ਕੱਲੀ ਕਚਹਿਰੀ ਦੇ ਮੂਹਰੇ ਜਿਹੜਾ ਹੈਗਾ ਬਸੀ ਦੀ ਸਾਬਕ ਤਹਿਸੀਲ ਮੂਹਰੇ 2 ਬੋਰਡ ਲੱਗੇ ਹੋਏ ਹੈਗੇ ਆ। ਕੀ ਇਹਨਾਂ ਦੀ ਕੀ ਲੋੜ ਹੈਗੀ ਆ? ਯੋਗਾ ਖਤਮ ਹੋ ਚੁੱਕਿਆ ਹੈਗਾ। ਉਹ ਇਹ ਡਿਵੈਲਪਮੈਂਟ ਹੈ ਕੀ? ਇਹ ਲੋਕਾਂ ਲਈ ਜਿਹੜਾ ਸਵਾਲ ਤਾਂ ਇਹ ਹੈਗਾ। ਇੱਕ ਦਿਨ ਇਹ ਰੌਲਾ ਪਾ ਲੈਂਦੇ ਆ ਜੀ ਅਸੀਂ ਜੀ ਉਹਨਾਂ ਤੋਂ ਸਾਡੀ ਸਰਕਾਰ ਪੈਸੇ ਨਹੀਂ ਦੇ ਰਹੀ ਜੀ, ਸੈਂਟਰ ਕਦੇ ਕੁਛ ਕਹਿ ਦਿੰਦੇ ਆ, ਕਦੇ ਕੁਛ ਕਹਿ ਦਿੰਦੇ ਆ, ਔਰ ਕਰਜ਼ੇ ਤੇ ਕਰਜ਼ਾ ਚੜ ਰਿਹਾ ਹੈਗਾ। ਮੈਨੂੰ ਇਹ ਦੱਸਣ ਕਿ ਇਹਨਾਂ ਨੇ ਕੀਤਾ ਕੀ ਹੈਗਾ ਪਿਛਲੇ ਟਾਈਮ ਦੇ ਵਿੱਚ, ਪਿੰਡਾਂ ਦੀਆਂ ਕਿਹੜੀਆਂ। ਚਲੋ ਜਵਾਬ ਲਵਾਂਗੇ, ਆਪਾਂ ਕਨਕਲੂਡ ਕਰਨਾ ਸਰ। ਮੈਂ ਹਰਬੰਸ ਸਿੰਘ ਜੀ ਦਾ ਇੱਕ ਫਾਈਨਲ ਕਮੈਂਟ ਲੈ ਲਵਾਂ, ਮੈਂ ਤੁਹਾਡੀ ਗੱਲ ਦਾ ਜਵਾਬ ਲਵਾਂਗਾ ਅਹਿਬਾਬ ਜੀ ਤੋਂ। ਉਸ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਮੈਂ ਇੱਕ ਵਾਰੀ ਰੁਕ ਕਰ ਲਵਾਂ। ਸਿੱਧੂ ਸਾਹਿਬ ਦੇਖੋ, ਪੋਲੀਟੀਕਲ ਤੌਰ ਦੇ ਉੱਤੇ ਗੱਲਾਂ ਬਹੁਤ ਹੋ ਰਹੀਆਂ ਨੇ, ਪਰ ਜਿਹੜੇ ਤੁਸੀਂ ਪੁਆਇੰਟ ਚੁੱਕੇ ਨੇ ਉਮੀਦ ਹੈ ਕਿ ਸਰਕਾਰਾਂ ਉਸ ਦੇ ਉੱਤੇ ਜ਼ਰੂਰ ਗੌਰ ਕਰਨਗੀਆਂ। ਖਾਸ ਤੌਰ ਤੇ 60 ਕਿਲੋਮੀਟਰ ਵਾਲਾ ਜਿਹੜੀ ਇਸ ਸਮੇਂ ਲੋਕਾਂ ਦੇ ਸਾਹਮਣੇ ਉਹ ਪਾਕਟ ਦੇ ਵਿੱਚੋਂ ਪੈਸੇ ਕੱਢੇ ਜਾ ਰਹੇ ਨੇ। ਤੁਸੀਂ ਕੁਝ ਐਡ ਕੀਤਾ ਹੋ ਇਸ ਦੇ ਵਿੱਚ? ਜਿਹੜੇ ਟੋਲ ਪਲਾਜ਼ਿਆਂ ਨੂੰ ਲੈ ਕੇ ਇਸ ਸਮੇਂ ਸਿਆਸਤ ਵੀ ਹੈ, ਦੂਜੇ ਪਾਸੇ ਲੋਕਾਂ ਨੂੰ ਮਿਲਦੀ ਸਹੂਲਤ ਵੀ ਹੈ, ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਰੋਡਸ ਕਲੀਅਰ, ਵੱਡੀਆਂ ਰੋਡਸ ਮਿਲਦੀਆਂ ਨੇ ਜਾਂ ਮਿਲੀਆਂ ਨੇ ਪਿਛਲੇ 1-2 ਦਹਾਕਿਆਂ ਦੇ ਵਿੱਚ। ਜੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 13 ਤੋਂ 14 ਮੌਤਾਂ ਹਰ ਰੋਜ਼ ਹੁੰਦੀਆਂ ਸੜਕ ਹਾਦਸਿਆਂ ਦੇ ਵਿੱਚ, ਜਿਨ੍ਹਾਂ ਨੂੰ ਕਿ ਅਵੋਇਡ ਕੀਤਾ ਜਾ ਸਕਦਾ। ਤੇ ਜ਼ਿਆਦਾ ਕਰਕੇ ਜੋ ਲੋਕ ਉੱਥੇ ਮਾਰੇ ਜਾਂਦੇ ਆ ਉਹ ਲੋਅਰ ਇਕਨੋਮਿਕ ਗਰੁੱਪ ਦੇ ਹੁੰਦੇ ਨੇ ਤੇ ਉਹਨਾਂ ਦੀ ਜਾਨ ਬਚਾਉਣੀ ਅਹਿਮ ਹੈਗੀ ਆ। ਤੇ ਉਹਦੇ ਲਈ ਸੜਕਾਂ ਦੀ ਸੇਫਟੀ ਬਹੁਤ ਇੰਪੋਰਟੈਂਟ ਹੈ ਤੇ ਉੱਤੇ ਜਿਹੜਾ ਖਰਚਾ ਹੁੰਦਾ ਹੈ ਉਹ ਫਾਈਨਲੀ ਇਟ ਇਜ਼ ਪਬਲਿਕ ਮਨੀ, ਸੋ ਇਟ ਹੈਜ਼ ਟੂ ਬੀ ਇਨਸ਼ੋਰਡ ਕਿ ਵੀ ਉਹ ਸਹੀ ਤਰੀਕੇ ਯੂਜ਼ ਹੋਵੇ ਤੇ ਉਹ ਸੜਕਾਂ ਲੋਕਾਂ ਲਈ ਆਮ ਯੂਜ਼ ਦੇ ਲਈ ਸੇਫ ਹੋਣ ਅੱਗੇ ਤੋਂ। ਠੀਕ ਹੈ, ਚਲੋ ਇਹ ਇੱਕ ਵੱਡਾ ਸਵਾਲ ਹੈ ਸਰ, ਮੈਂ ਮਾਫੀ ਚਾਹ ਰਿਹਾ ਵਿਚਾਲੇ ਰੋਕ ਰਿਹਾ। ਅਹਿਬਾਬ ਗਰੇਵਾਲ ਜੀ ਤੁਹਾਡਾ ਫਾਈਨਲ ਕਮੈਂਟ। ਅਹਿਬਾਬ ਸਿੰਘ ਗਰੇਵਾਲ ਜੀ। ਅਹਿਬਾਬ ਜੀ ਥੈਂਕ ਯੂ। ਨਹੀਂ ਤੁਸੀਂ ਮੈਨੂੰ ਕੁਝ ਵੀ ਬੁਲਾ ਸਕਦੇ ਹੋ, ਮੈਂ ਤਾਂ ਇਹਨਾਂ ਨੂੰ ਕਹਾਣਾ ਸੀ ਪਹਿਲੀ ਗੱਲ। ਦੂਜੀ ਗੱਲ ਇਹ ਹੈ ਸਰ, ਥੈਂਕ ਯੂ ਸਿੱਧੂ ਸਾਹਿਬ, ਵੀ ਅਸ਼ੋਰ ਯੂ ਇਹ ਹੋਊਗਾ ਐਂਡ ਇਹ ਅਸ਼ੋਰ ਕਰਦੇ ਕਿ ਯੂਨੀਫਾਰਮਿਟੀ ਹੋਊਗੀ ਤੇ ਟ੍ਰਾਂਸਪੇਰੈਂਸੀ ਹੋਊਗੀ। ਥੈਂਕ ਯੂ ਐਂਡ ਪਲੀਜ਼ ਕੀਪ ਅਪ ਦੀ ਐਫਰਟਸ। ਦੂਜੀ ਗੱਲ ਸਰ, ਮੈਂ ਕਹਿ ਰਿਹਾ ਅਕਾਲੀਆਂ ਨੂੰ ਇਹ ਨਹੀਂ ਪਤਾ ਸੀ ਬੀਬਾ ਜੀ ਵੀ ਯੋਗਾ ਕਰਦੇ ਹੁੰਦੇ ਸੀਗੇ, ਹੁਣੇ ਹੀ ਅੱਡ ਹੋਏ ਨੇ, ਹਲੇ ਯੋਗਾ ਕਰਨ। ਸਰ ਲੈਟ ਮੀ ਖਤਮ ਨਹੀਂ ਹੋ ਚੁੱਕੀ ਸਰ। ਇੰਟਰਨੈਸ਼ਨਲ ਯੋਗਾ ਡੇ ਤੇ ਤੁਸੀਂ ਵੀ ਕਰਦੇ, ਪਹਿਲੀ ਗੱਲ। ਦੂਜੀ ਗੱਲ, ਪੀਡਬਲਿਊਡੀ ਮਿਨਿਸਟਰ ਭੁੱਲ, ਥੈਂਕ ਯੂ ਸੋ ਮਚ, ਥੈਂਕ ਯੂ। ਪੀਡਬਲਿਊਡੀ ਮਿਨਿਸਟਰ ਬੀਜੇਪੀ ਭੁੱਲ ਗਿਆ। ਅਸੀਂ ਇਹ ਜਵਾਬ ਨਹੀਂ ਦਿੱਤਾ ਕਿ ਸਾਡੇ ਜਿਹੜੇ ਪਹਿਲੇ 10 ਤੋਂ ਬਾਅਦ 15 ਸਾਲ ਸੀ ਉਹਦੇ ਚ ਜੋ ਅਸੀਂ ਲੁੱਟਖੋ ਕੀਤੀ ਹੈ, ਬੀਜੇਪੀ ਕਹਿੰਦੀ ਸਾਨੂੰ ਤਾਂ 60 ਚੋਂ 20 ਰੁਪਏ ਮਿਲਦੇ ਸੀ, ਅਸੀਂ ਤਾਂ ਜੂਨੀਅਰ ਪਾਰਟਨਰ ਸੀ। ਅਕਾਲੀਆਂ ਤੋਂ ਪੁੱਛੋ, ਅਕਾਲੀ ਕਹਿੰਦੇ ਯੋਗਾ ਫਜ਼ੂਲ ਹੈ, ਫਲਾਣਾ ਫਜ਼ੂਲ ਹੈ। ਤੁਸੀਂ ਦੱਸੋ ਸਰ, ਲੋਕਾਂ ਦੀ ਮਾਨਸਿਕਤਾ ਤੋਂ, ਲੋਕਾਂ ਨੂੰ ਲੁੱਟ ਤੋਂ ਆ ਰਹੇ ਆ ਹਰ ਤਰੀਕੇ ਦੀ। ਸੋ ਪਲੀਜ਼ ਐਕਸੈਪਟ ਕਰੋ ਕਿ ਠੱਗੀਆਂ ਮਾਰੀਆਂ ਨੇ, ਲੁੱਟਿਆ ਪੰਜਾਬੀਆਂ ਨੂੰ, ਲੁੱਟਿਆ ਤੁਸੀਂ। ਚਲੋ ਅਸੀਂ ਹੁਣ ਨਹੀਂ ਲੁੱਟਣ ਦੇਵਾਂਗੇ। ਵਿਚਾਲੇ ਰੋਕ ਰਹੇ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸ਼ੁਕਰੀਆ ਅਹਿਬਾਬ ਜੀ, ਬਹੁਤ ਬਹੁਤ ਧੰਨਵਾਦ। ਧਾਰਨੀ ਸਾਹਿਬ ਤੁਹਾਡਾ ਵੀ ਧੰਨਵਾਦ, ਜੈਬੰਸ ਜੀ ਧੰਨਵਾਦ, ਔਰ ਸਿੱਧੂ ਸਾਹਿਬ ਸਾਡੇ ਨਾਲ ਜੁੜੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਜੋ ਆਪਾਂ ਜ਼ਿਕਰ ਕਰ ਰਹੇ ਹਾਂ ਕਿ
ਜੇਬ ਦੇ ਵਿੱਚੋਂ ਜਾਂਦੇ ਨੇ ਪੈਸੇ। ਅੱਜ ਕੱਲ ਤਾਂ ਫਾਸਟ ਟੈਗ ਲੱਗਿਆ ਹੁੰਦਾ ਹੈ ਕਾਰ ਦੇ ਉੱਤੇ, ਸਿੱਧਾ ਮੈਸੇਜ ਹੀ ਆਉਂਦਾ ਕਿ 105 ਰੁਪਏ ਕੱਟੇ ਗਏ, 50 ਰੁਪਏ ਕੱਟੇ ਗਏ, 100 ਰੁਪਏ ਕੱਟੇ ਗਏ, ਸਾਨੂੰ ਟੋਲ ਲੱਗ ਗਿਆ। ਇਨਫੈਕਟ ਫਿਊਚਰ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਥੇ ਗੱਡੀ ਰੋਕਣੀ ਵੀ ਨਹੀਂ ਹੋਏਗੀ, ਕੈਮਰੇ ਦੇ ਜ਼ਰੀਏ ਤੁਹਾਡੀ ਨੰਬਰ ਪਲੇਟ ਤੋਂ ਹੀ ਪੈਸੇ ਕੱਟ ਜਾ ਕਰਨਗੇ। ਇਹ ਵੀ ਟੈਕਨੀਕ ਹੋ ਰਹੀ ਹੈ। ਹੁਣ ਸਵਾਲ ਇਹ ਹੈ ਕਿ ਟੋਲ ਪਲਾਜ਼ਾ ਬੰਦ ਹੋ ਗਿਆ, ਉੱਥੇ ਪੈਸੇ ਨਹੀਂ ਲੱਗਣਗੇ, ਚੰਗਾ ਲੱਗ ਰਿਹਾ ਹੈ। ਪਰ ਜੇਕਰ 6 ਮਹੀਨੇ ਬਾਅਦ, ਸਾਲ ਬਾਅਦ ਉਸ ਰੋਡ ਦੀ ਹਾਲਤ ਖਸਤਾ ਹੋ ਗਈ ਤਾਂ ਕਿਤੇ ਉੱਥੇ ਦੇ ਲੋਕ ਇਹ ਤਾਂ ਨਹੀਂ ਸੋਚਣਗੇ ਕਿ ਟੋਲ ਵਾਲੀ ਵਧੀਆ ਸੀ, ਰੋਡ ਤਾਂ ਘੱਟੋ ਘੱਟ ਵਧੀਆ ਸੀ। ਉਮੀਦ ਕਰਦੇ ਹਾਂ ਕਿ ਪੂਰਾ ਫੋਕਸ ਟੋਲ ਬੰਦ ਹੋਣ ਤੋਂ ਬਾਅਦ ਸਰਕਾਰ ਦਾ ਟੋਲ ਵਾਲੀ ਰੋਡ ਨੂੰ ਸੰਭਾਲਣ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਜਿਹੜੀ ਸਹੂਲਤ ਐਟਲੀਸਟ ਲੋਕਾਂ ਨੂੰ ਮਿਲ ਰਹੀ ਸੀ ਉਹ ਕਿੰਨੀ ਸੀ, ਉਹ ਵੀ ਇੱਕ ਡਿਬੇਟ ਦਾ ਇਸ਼ੂ ਹੋ ਸਕਦਾ। ਪਰ ਜੇ ਸਹੂਲਤ ਮਿਲ ਰਹੀ ਸੀ ਇੱਕ ਸਾਫ਼ ਤੇ ਵਧੀਆ ਰੋਡ ਵਾਲੀ, ਉਹ ਮਿਲਦੀ ਰਹੇ।